जीटी रोड ते रेलवे लाइन जाम है लतीफपुर ते जे एडा वड्डा तुहानूं दिखाई नहीं दिंदा सिस्टम ਤਾਂ ਤੁਸੀਂ ਆਪਣੇ ਲੀਡਰ ਦੀ ਅੱਖਾਂ 'ਚ ਵੀ ਤਾਂ ਘਟਾ ਪਾ ਰਹੇ ਹੋ ਮੇਰੇ ਖਿਆਲ ਤੇ ਬਾਕੀ ਵੀ ਚੀਜ਼ਾਂ ਨਹੀਂ ਕਰ ਰਹੇ ਇਸੇ ਕਰਕੇ ਸਾਰੇ ਮਾਮਲੇ ਦੇ ਵਿੱਚ ਕੀ ਪੰਜਾਬ ਦੇ ਅਸਲੀ ਮੁੱਦਿਆਂ ਦੇ ਉੱਤੇ ਪੰਜਾਬੀ ਵੀ ਕੋਈ ਕਰਨਗੇ ਜੇ ਦੇਸ਼ ਦੇ ਵਿੱਚ ਇਹ ਆਰਗੂਮੈਂਟ ਬਣੇਗਾ ਕਿ ਇੱਕ ਨੌਜਵਾਨ ਉਹ ਕਿੰਨਾ ਵੀ ਸਿੰਸੀਅਰ ਹੋਵੇ ਕਿੰਨੀ ਵੀ ਦ੍ਰਿੜਤਾ ਦੇ ਨਾਲ ਘਰੋਂ ਤੁਰ ਪਵੇ ਉਹ ਕੁਝ ਅਜਿਹਾ ਵੱਡਾ ਇਕੱਲਾ ਅਚੀਵ ਕਰ ਲਵੇਗਾ ਇਹ ਆਈ ਥਿੰਕ ਰਿਡਿਕੂਲਸ ਗੱਲ ਹੋਵੇਗੀ पर की पंजाब दी कांग्रेस सचमुच राजनीति च वापस परत रही है या वो अजे भी अपने ही घर की राजनीति च उलझ के रही है लभी नहीं पूरी कांग्रेस ਰਾਹੁਲ ਗਾਂਧੀ ਜੋ ਕਰ ਰਿਹਾ ਹੈ ਇਸ ਨੂੰ ਰਾਜਨੀਤੀ ਕਹਿੰਦੇ ਨੇ ਇਹ ਚੰਗੀ ਗੱਲ ਹੈ ਸਾਡੀਆਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦਰਅਸਲ ਰਾਜਨੀਤੀ ਤੋਂ ਭਗੌੜੀਆਂ ਹੋਈਆਂ ਨੇ ਉਹ ਸੌਦੇਬਾਜ਼ੀਆਂ ਦੇ ਵਿੱਚ ਸੱਤਾ ਦੀ ਖੇਡ ਦੇ ਵਿੱਚ ਨੇ ਰਾਜਨੀਤੀ ਦੇ ਵਿੱਚੋਂ ਨਹੀਂ ਹੈਗੀਆਂ और इसे करके है कि जिवें पंजाब वर्गा सूबा है पर पंजाब दे जिन्ने ज्यादा मैनू नहीं लगता पंजाब दे कांग्रेसी राहुल गांधी नूं दस रहे ने अज तक उहदे बयान चों नहीं मैनू नजर आया कि इत्थे एनवायरनमेंट ते जीरे च भी बड़ा धरना लग्या होया उहदे भी चार बंदे नाल गल करा दो तुसीं इत्थे बाइबल कलाम भी लग्या होया धरना इत्थे बंदी ਸਿੰਘਾਂ ਦੀ ਰਿਹਾਈ ਤੋਂ ਲੈ ਕੇ ਵੱਖ-ਵੱਖ ਮੁੱਦਿਆਂ ਦੇ ਉੱਤੇ ਭਾਈ ਮੋਹਾਲੀ ਤੇ ਚੰਡੀਗੜ੍ਹ ਦੀਆਂ ਬਰੂਹਾਂ ਤੇ ਵੀ ਲੋਕ ਬੈਠੇ ਨੇ ਇੱਥੇ ਜਲੰਧਰ ਤੁਸੀਂ ਸੌਂ ਕੇ ਚਲੇ ਗਏ ਲਤੀਫਪੁਰੇ ਦੀ ਸਰਦੀ ਠੰਡ ਦੇ ਵਿੱਚ ਇਹ ਪੰਜਾਬ ਕਾਂਗਰਸ ਦਾ ਫੇਲਿਅਰ ਹੈ ਲੋਕਲ ਲੀਡਰਸ਼ਿਪ ਦਾ ਫੇਲਿਅਰ ਭਾਰਤ ਜੋੜੋ ਯਾਤਰਾ ਕੀ ਭਾਰਤ ਜੋੜੋ ਯਾਤਰਾ ਸੱਚਮੁੱਚ ਭਾਰਤ ਨੂੰ ਜੋੜੇਗੀ ਇਹ ਸਵਾਲ ਨਾਲ ਚਰਚਾ ਕਰਨ ਲਈ ਮੇਰੇ ਨਾਲ ਦੋ ਦਿੱਗਜ ਪੱਤਰਕਾਰ ਨੇ ਐਸਪੀ ਸਿੰਘ ਭਾਜੀ ਤੇ ਹਮੀਰ ਸਿੰਘ ਭਾਜੀ ਭਾਈ ਸਤਿ ਸ਼੍ਰੀ ਅਕਾਲ ਕੀ ਇਹ ਯਾਤਰਾ ਸੱਚਮੁੱਚ ਨਫ਼ਰਤ ਨੂੰ ਮਾਰਨ ਦੀ ਕਾਟ ਸਾਬਤ ਹੋਏਗੀ ਜਾਂ ਇਹ ਪਾਰਟੀ ਤੱਕ ਸੀਮਤ ਹੋ ਕੇ ਰਹਿ ਜਾਏਗੀ ਦੇਖੋ ਜਿਨ੍ਹਾਂ ਲੋਕਾਂ ਨੇ ਦੇਸ਼ ਦੇ ਵਿੱਚ ਇਸ ਕਿਸਮ ਦੀ ਰੈਡੀਕਲਾਈਜੇਸ਼ਨ ਕੀਤੀ ਹੈ ਤੇ ਇੱਕ ਲੰਬੇ ਸਮੇਂ ਤੋਂ ਮਾਹੌਲ ਬਣਾਇਆ ਸਾਨੂੰ ਉਹਨਾਂ ਦੀ ਮਿਹਨਤ ਉਹਨਾਂ ਦੀ ਨਿਸ਼ਠਾ ਉਹਨਾਂ ਦੀ ਜਿਹੜੀ ਕਮਿਟਮੈਂਟ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੈ ਉਹਨਾਂ ਨੇ ਦਹਾਕਿਆਂ ਵਿੱਚ ਇਹ ਕੰਮ ਕਰ ਵਿਖਾਇਆ ਔਰ ਮੈਨੂੰ ਘੱਟੋ ਘੱਟ ਹਿੰਦੁਸਤਾਨ ਦੀ ਲਿਬਰਲ ਧਿਰ ਦੇ ਵਿੱਚ ਇਸ ਕਿਸਮ ਦੀ ਕਮਿਟਮੈਂਟ ਇਸ ਕਿਸਮ ਦੀ ਲਗਨ ਅਜੇ ਕਿਸੇ ਮੇਨਸਟ੍ਰੀਮ ਪੋਲੀਟੀਕਲ ਪਾਰਟੀ ਦੇ ਵਿੱਚ ਤਾਂ ਦਿਖਾਈ ਨਹੀਂ ਦੇ ਰਹੀ ਕਿ ਉਸ ਧਰਾਤਲ ਨੂੰ ਬਦਲਣਾ ਕਿਸ ਤਰ੍ਹਾਂ ਇਹ ਮਿਸ਼ਨ ਜਿਹੜਾ ਔਖਾ ਵੀ ਹੈ ਵੱਡਾ ਵੀ ਹੈ ਮਿਸ਼ਨ ਔਖਾ ਇਸ ਤਰ੍ਹਾਂ ਦਾ ਹੈ ਕਿ ਜਦੋਂ ਇੱਕ ਮਨ ਦੇਸ਼ ਦੀ ਇੱਕ ਵੱਡੀ ਬਹੁਤ ਸੰਖਿਅਕ ਗਿਣਤੀ ਦਾ ਬਣਾ ਦਿੱਤਾ ਜਾਵੇ ਉਹ ਹਾਰਡ ਐਂਡ ਮਾਈਂਡ ਹੈ ਉਹ ਸਖਤ ਜਾਨ ਮਨ ਬਣ ਚੁੱਕਾ ਹੋਇਆ ਹੈ ਜਿਹੜਾ ਝੱਟ ਮੁਸਲਮਾਨ ਦੇ ਵਿੱਚੋਂ ਦੇਸ਼ ਵਿਰੋਧੀ ਤਾਕਤ ਦੇਖਦਾ ਹੈ ਜਿਹੜਾ ਪਾਕਿਸਤਾਨ ਦੇ ਵਿੱਚੋਂ ਦੁਸ਼ਮਣ ਭਾਲਦਾ ਹੈ ਜਿਸ ਨੂੰ ਆਪਣੇ ਮਹਾਨ ਹੋ ਜਾਣ ਬਾਰੇ ਹੁਣ ਕੋਈ ਸ਼ੱਕ ਨਹੀਂ ਰਿਹਾ ਜਿਹੜਾ ਅਤੀਤ ਵਿੱਚੋਂ ਆਪਣੀ ਮਹਾਨਤਾ ਭਾਲਦਾ ਹੈ ਇੱਕ ਪੂਰਾ ਬਿਆਨੀਆ ਜ਼ਿੰਦਗੀ ਦਾ ਜੀਵਨ ਜਾਂਚ ਦਾ ਸੋਚ ਦਾ ਇੱਕ ਨਜ਼ਰੀਆ ਉਹਨਾਂ ਨੇ ਹੋਲਿਸਟਿਕਲੀ ਬਣਾ ਕੇ ਪੇਸ਼ ਕੀਤਾ ਹੈ ਜਦੋਂ ਇਸ ਕਿਸਮ ਦੇ ਸਖਤ ਹੋਏ ਮਨ ਨੂੰ ਪਿਘਲਾ ਕੇ ਤੁਸੀਂ ਉਹਦੇ ਤੱਕ ਕੋਈ ਗੱਲ ਪਹੁੰਚਾਣੀ ਹੈ ਤੁਸੀਂ ਉਸ ਨੌਜਵਾਨ ਨੂੰ किस तरीके नाल अपनी गल कहोगे जेड़ा हर गल ते कहंदा कि सियाचिन पे जवान खड़ा है देश मेरा महान है हुण अजे नौजवान दे नाल कोई रैशनल लॉजिकल गल करना हिंदुस्तान दे विच आर्गूमेंटेटिव इंडियन दी जिहड़ी ट्रेडिशन है उस नूं रेखांकित करना ये कहना कि साडी जिहड़ी नैशनल फ्रीडम स्ट्रगल सीगे उहदे की पासे सी उस नूं ये समझाना कि दरअसल वो नैशनल फ्रीडम स्ट्रगल तो बाद दी मिली आजादी दे विच किन्नियां एबीरेशंस ने कंट्री दे विच किन्नियां लेयर्स ने एक किन्ने हिस्सियां दे विच ਇਹਦੇ ਕਿੰਨੀਆਂ ਫਾਲਟ ਲਾਈਨਸ ਨੇ ਧਰਮਾਂ ਦੀਆਂ ਭਾਸ਼ਾਵਾਂ ਦੀਆਂ ਰੀਜਨਲਿਜ਼ਮ ਦੀਆਂ ਉਹਨਾਂ ਸਾਰਿਆਂ ਦਾ ਇੱਕ ਸਿੰਗਲ ਜੁੱਟ ਬਣਾ ਕੇ ਤੇ ਇੱਕ ਹਿੰਦੂ ਰਾਸ਼ਟਰ ਬਣਾ ਕੇ ਇੱਕ ਤਾਕਤ ਪੇਸ਼ ਕਰ ਰਹੀ ਹੈ ਤਾਂ ਉਹਦੇ ਖਿਲਾਫ ਉਸ ਨੂੰ ਕੋਈ ਲੌਜੀਕਲ ਗੱਲ ਕਰਨਾ ਇਹ ਬੜਾ ਔਖਾ ਕੰਮ ਹੈ ਰਾਹੁਲ ਗਾਂਧੀ ਨੇ ਟੀਚਾ ਔਖਾ ਚੁਣਿਆ ਪਰ ਜੇ ਦੇਸ਼ ਦੇ ਵਿੱਚ ਇਹ ਆਰਗੂਮੈਂਟ ਬਣੇਗਾ ਕਿ ਇੱਕ ਨੌਜਵਾਨ ਉਹ ਕਿੰਨਾ ਵੀ ਸਿੰਸੀਅਰ ਹੋਵੇ ਕਿੰਨੀ ਵੀ ਦ੍ਰਿੜਤਾ ਦੇ ਨਾਲ ਘਰੋਂ ਤੁਰ ਪਵੇ ਉਹ ਕੁਝ ਅਜਿਹਾ ਵੱਡਾ ਇਕੱਲਾ ਅਚੀਵ ਕਰ ਲਵੇਗਾ ਇਹ ਆਈ ਥਿੰਕ ਰਿਡਿਕੂਲਸ ਗੱਲ ਹੋਵੇਗੀ ਮੈਨੂੰ ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ ਕੋਈ ਕਾਂਗਰਸ ਅਜੇ ਦਿਖਾਈ ਨਹੀਂ ਦਿੰਦੀ ਅਜੇ ਲੋਕਾਂ ਨੂੰ ਕਾਂਗਰਸ ਦੇ ਵਿੱਚੋਂ ਕਾਂਗਰਸੀਆਂ ਦੀ ਬਹੁਤ ਤਲਾਸ਼ ਹੈ ਦੀਪਕ ਤੁਹਾਡੇ ਸਾਹਮਣੇ ਸਾਡੇ ਸੂਬੇ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਕਾਂਗਰਸ ਜੁਆਇਨ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸੁਨੀਲ ਜਾਖੜ ਹੋਰਾਂ ਤੋਂ ਲੈ ਕੇ ਤਰ੍ਹਾਂ ਦੇ ਮੰਤਰੀਆਂ ਨੇ ਕਾਂਗਰਸ ਜੁਆਇਨ ਕੀਤੀ ਹੈ ਦਿੱਲੀ ਦੇ ਬਹੁਤ ਸਾਰੇ ਪੱਤਰਕਾਰ ਜਿਨ੍ਹਾਂ ਨੂੰ ਇਹ ਜਾਪਦਾ ਸੀ ਕਿ ਅਸੀਂ ਕਿਉਂਕਿ ਪੰਜਾਬ ਵਿੱਚ ਆ ਤੇ ਬਿਹਤਰ ਇਨਫਾਰਮਡ ਹੋਵਾਂਗੇ
ਉਹ ਝੱਟ ਮੈਨੂੰ ਪੁੱਛ ਰਹੇ ਸਨ ਕਿ ਸਾਨੂੰ ਉਹ ਸਟੇਟਮੈਂਟਸ ਚਾਹੀਦੀਆਂ ਨੇ ਜਿਹੜੀਆਂ ਅਜੇ ਮੌਕੇ ਤੁਸੀਂ ਉਹਨਾਂ ਦੇ ਮੂੰਹ ਤੇ ਮਾਰ ਸਕੋ ਕਿ ਦੇਖੋ ਜੀ ਜਾਖੜ ਸਾਹਿਬ ਪਹਿਲਾਂ ਤਾਂ ਤੁਸੀਂ ਇਹ ਕਹਿੰਦੇ ਸੀ, ਕੈਪਟਨ ਅਮਰਿੰਦਰ ਸਿੰਘ ਜੀ ਕਿਸੇ ਜ਼ਮਾਨੇ 'ਚ ਤੁਸੀਂ ਤਾਂ ਇਹ ਕਹਿੰਦੇ ਹੁੰਦੇ ਸੀ ਭਾਜਪਾ ਬਾਰੇ। ਉਹ ਭਾਈ ਉਹਨਾਂ ਨੇ ਇਹੋ ਜਿਹਾ ਕਦੀ ਕੁਝ ਕਿਹਾ ਹੀ ਨਹੀਂ ਜਿਹੜਾ ਉਹਨਾਂ ਦੇ ਮੂੰਹ ਤੇ ਮਾਰਿਆ ਜਾ ਸਕੇ। ਉਹਨਾਂ ਨੇ ਦੇਸ਼ ਦੇ ਵਿੱਚ ਨਫ਼ਰਤੀ ਪੋਲਿਟਿਕਸ ਦੀ ਕਦੀ ਗੱਲ ਨਹੀਂ ਕੀਤੀ। ਤੁਸੀਂ ਉਹਨਾਂ ਦੇ ਖਿਲਾਫ ਉਹਨਾਂ ਕੋਲ, ਇਹਦਾ ਮਤਲਬ ਹੈ ਵੈਨ ਦੇ ਵਰ ਇਨ ਕਾਂਗਰਸ ਉਹ ਕੁਝ ਕਾਂਗਰਸ ਆਈਡੀਓਲੋਜੀ ਵਾਲੀ ਗੱਲ ਕਰ ਹੀ ਨਹੀਂ ਰਹੇ ਸਨ। ਕਾਂਗਰਸ ਹੋ ਕੇ ਵੀ ਉਹ ਕਾਂਗਰਸ ਵਿੱਚ ਹੋ ਕੇ ਵੀ ਕਾਂਗਰਸੀ ਨਹੀਂ ਸਨ। ਅੱਜ ਵੀ ਜਦੋਂ ਰਾਹੁਲ ਗਾਂਧੀ ਦੇ ਨਾਲ ਪੰਜਾਬ ਦੇ ਵਿੱਚ ਤੁਰਦੇ ਆ, ਤੁਸੀਂ ਦੇਖ ਰਹੇ ਹੋ ਕਾਂਗਰਸ ਦੇ ਲੋਕਾਂ ਨੂੰ, ਉਹਦੇ ਵਿੱਚ ਤੁਹਾਨੂੰ ਕਾਂਗਰਸੀ ਕਿੰਨੇ ਦਿਖਾਈ ਦਿੰਦੇ। ਭਾਜੀ ਇਹ ਕਹਿੰਦੇ ਕਿ ਔਖਾ ਕਾਜ ਲੈ ਕੇ ਤੁਰਿਆ ਰਾਹੁਲ ਗਾਂਧੀ, ਔਖਾ ਏ, ਸਖਤ ਮਨਾਂ ਨੂੰ ਹੁਣ ਭੰਗਲਾਉਣਾ ਔਖਾ ਏ ਤੇ ਇਹਦੇ ਵਿੱਚੋਂ ਕਾਂਗਰਸ ਲੱਭਣੀ ਵੀ ਔਖੀ ਹੈ। ਮੈਂ ਰਾਸ਼ਟਰੀ ਕਾਂਗਰਸ ਦੇ ਨਜ਼ਰੀ ਤੋਂ ਦੇਖਦਾ ਤਾਂ ਮੈਨੂੰ ਵੱਡੇ ਦਿੱਗਜ ਚਿਹਰੇ ਨਹੀਂ ਨਜ਼ਰ ਆਉਂਦੇ। ਜੇ ਪੰਜਾਬ ਦੇ ਵਿੱਚੋਂ ਦੇਖਦਾ ਤਾਂ ਪੰਜਾਬ ਕਾਂਗਰਸ ਵਿੱਚੋਂ ਨਹੀਂ ਲੱਭਦੀ। ਕੀ ਕਾਂਗਰਸ ਕਦਮ ਤਾਲ ਨਹੀਂ ਮਿਲਾ ਕੇ ਤੁਰ ਪਾ ਲਈ ਰਾਹੁਲ ਗਾਂਧੀ ਨਾਲ, ਜਾਂ ਰਾਹੁਲ ਗਾਂਧੀ ਜ਼ਿਆਦਾ ਤੇਜ਼ ਅੱਗੇ ਲੰਘ ਰਹੇ ਨੇ? ਨਹੀਂ, ਇਹਦੇ ਤੋਂ ਵੀ ਇਲਾਵਾ ਜੇ ਕਾਂਗਰਸ ਦੀ ਬੈਕਗ੍ਰਾਉਂਡ ਦੇਖੀ ਜਾਏ, ਕਾਂਗਰਸ ਚੀਜ਼ ਕੀ ਹੈ, ਕੀ ਚੀਜ਼ ਹੈ, ਉਹ ਕੋਈ ਇੱਕ ਪਾਰਟੀ ਨਹੀਂ ਹੈ, ਉਹ ਇੱਕ ਮੂਵਮੈਂਟ ਲੈਵਲ ਦੀ ਗੱਲ ਸੀ ਨਾ। ਆਜ਼ਾਦੀ ਤੋਂ ਪਹਿਲਾਂ ਉਸੇ ਕਾਂਗਰਸ 'ਚ ਜਨਸੰਘੀ ਵੀ ਸੀ, ਉਸੇ ਕਾਂਗਰਸ 'ਚ ਸੋਸ਼ਲਿਸਟ ਵੀ ਸੀ, ਉਸੇ ਕਾਂਗਰਸ ਦੇ ਵਿੱਚ ਕੋਈ ਸੈਂਟਰਲਿਸਟ ਵੀ ਸੀ। ਉਹ ਸਾਰੇ ਟਾਈਪ ਦੇ ਟਾਟਾ ਬਿਰਲਾ ਤੇ ਮਜ਼ਦੂਰ ਦੋਨੋਂ ਸਾਰੇ ਇਕੱਠੇ ਇੱਕ ਕਾਂਗਰਸ ਦੇ ਹਿੱਸਾ ਸੀ। ਔਰ ਉਹ ਇੱਕ ਐ ਗੁਲਦਸਤੇ ਦੇ ਵਾਂਗ ਐ ਲੱਗਦੀ ਸਭ ਨੂੰ ਥੋੜਾ ਸਾਰਿਆਂ ਨੂੰ ਐਡਜਸਟ ਕਰਕੇ ਕਿ ਚੱਲ ਰਹੀ ਹੈ। ਆਜ਼ਾਦੀ ਤੋਂ ਬਾਅਦ ਵੀ ਇੱਕ ਸਮੇਂ ਤੱਕ ਇਹ ਰਿਹਾ। ਸ਼ਾਮਾ ਪ੍ਰਸਾਦ ਮੁਖਰਜੀ ਜਨਸੰਘ ਦੇ ਜਿਹੜੇ ਮਤਲਬ ਸੰਸਥਾਪਕ ਨੇ, ਤੇ ਉਹ ਘੱਟੋ ਘੱਟ ਉਹ ਇਹਦੇ ਚ ਮੰਤਰੀ ਰਹੇ ਨੇ ਨਹਿਰੂ ਦੀ ਸਰਕਾਰ ਦੇ ਵਿੱਚ, ਔਰ ਕਿੰਨੇ ਹੀ ਸੋਸ਼ਲਿਸਟ ਵੀ ਰਹੇ ਨੇ, ਔਰ ਕਿੰਨੇ ਹੀ ਬਾਕੀ ਲੋਕ ਵੀ ਰਹੇ ਨੇ। ਹੌਲੀ ਹੌਲੀ ਉਹ ਜਿਹੜਾ ਇੱਕ ਉਹਦਾ ਓਡਾ ਵੱਡਾ ਦਾਇਰਾ ਸੀ, ਉਹ ਤਾਂ ਚੱਲ ਸਕਦਾ ਹੁੰਦਾ ਹੈ। ਇੱਕ ਤਾਂ ਲੀਡਰਸ਼ਿਪ ਦਾ ਪੱਧਰ ਓਡਾ ਵੱਡਾ ਹੁੰਦਾ ਹੈ, ਇੱਕ ਉਹਦੀ ਅਪਰੋਚ ਇੰਨੀ ਮੋਕਲੀ ਹੁੰਦੀ ਹੈ ਕਿ ਸਭ ਨੂੰ ਐਡਜਸਟ ਕਿਵੇਂ ਕਰਨਾ ਜਾਂ ਬਾਕੀ ਦੀਆਂ ਚੀਜ਼ਾਂ ਕਿਵੇਂ ਕਰਨੀਆਂ। ਚਲਦੇ ਚਲਦੇ ਸ਼ਾਇਦ ਇਹ ਬਾਰ-ਬਾਰ ਮਹਾਤਮਾ ਗਾਂਧੀ ਦੀ ਇੱਕ ਗੱਲ ਕਹਿੰਦੇ ਨੇ ਲੋਕ ਵੀ, ਗਾਂਧੀ ਨੇ ਕਿਹਾ ਸੀ ਜੀ ਕਾਂਗਰਸ ਦਾ ਗੋਲ ਅਚੀਵ ਹੋ ਗਿਆ, ਹੁਣ ਇਹ ਕਾਂਗਰਸ ਭੰਗ ਕਰ ਦੇਣੀ ਚਾਹੀਦੀ, ਹੁਣ ਕੋਈ ਨਵੇਂ ਸਿਰੇ ਤੋਂ, ਕਿਉਂਕਿ ਪੋਲੀਟੀਕਲ ਸਟੇਟ ਚਲਾਉਣ ਦੀਆਂ ਤੁਹਾਡੀਆਂ ਪਾਰਟੀਆਂ ਹੋਣਗੀਆਂ, ਉਹੀ ਜੀ ਪਾਰਟੀ ਬਣ ਗਈ। ਚਲਦੇ ਚਲਦੇ ਫਿਰ ਉਹੀ ਪਾਰਟੀਆਂ ਜਿਹੜੀਆਂ ਨੇ ਕਾਂਗਰਸ ਕਿੰਨੇ ਭਾਗਾਂ 'ਚ ਵੰਡਦੀ ਹੈ। ਫਿਰ ਇੰਦਰਾ ਗਾਂਧੀ ਬਗਾਵਤ ਕਰਦੀ ਹੈ ਤੇ ਕਾਮਰਾਜ ਵਗੈਰਾ ਜਿਹੜੇ ਬਾਕੀ ਦੇ ਲੋਕ ਨੇ ਪੁਰਾਣੀ ਸਿੰਡੀਕੇਟ ਆ, ਉਹ ਕਿਧਰੇ ਹੋਰ ਚਲੀ ਜਾਂਦੀ ਹੈ। ਟੋਟਿਆਂ 'ਚ ਟੋਟੇਦਾਰ ਟੋਟੇ, ਕਾਂਗਰਸ ਕਿੰਨੇ ਵਾਰ ਟੁੱਟਦੀ ਹੈ, ਜਿਹੜੀ ਇੱਕ ਸੈਂਟਰਲਾਈਜ਼ਡ ਪਾਰਟੀ ਹੋ ਜਾਂਦੀ ਹੈ, ਜਿਹੜੀ ਕੋਸੇ ਲੈਵਲ ਦੀ ਕਾਂਗਰਸ ਆਈ, ਕਾਂਗਰਸ ਯੂ, ਔਰ ਫਿਰ ਕਾਂਗਰਸ ਚਲਦੇ ਚਲਦੇ ਆਪਣੀ ਡਾਇਵਰਸਿਟੀ ਮਾਰਦੀ ਹੈ, ਆਪਣੇ ਸਟੇਟਾਂ ਦੇ ਆਗੂਆਂ ਨੂੰ, ਆਪਣੇ ਖੇਤਰੀ ਆਗੂਆਂ ਨੂੰ ਉਸ ਲੈਵਲ ਦੇ ਉੱਤੇ ਕਰਦੀ ਹੈ। ਔਰ ਚਲਦੇ ਚਲਦੇ ਇੱਥੇ ਆ ਗਈ ਕਾਂਗਰਸ ਕਿ ਜਿਹੜੀ ਕਾਂਗਰਸ ਕਦੇ ਇਹ ਕਹਿੰਦੀ ਸੀ ਆਜ਼ਾਦੀ ਤੋਂ ਪਹਿਲਾਂ ਆਉਣਾ, ਹਾਲਾਂਕਿ ਕਾਂਗਰਸ ਬਾਰੇ ਨਜ਼ਰੀਆ ਕੋਈ ਇਹ ਬਹੁਤ ਜ਼ਿਆਦਾ ਕਰੈਕਟ ਨਹੀਂ ਹੈ ਕਿ ਉਹ 100% ਸੈਕੂਲਰ ਪਾਰਟੀ ਹੈ ਨਾ, ਉਹਨੂੰ ਸੌਫਟ ਹਿੰਦੂਤਵੀ ਪਾਰਟੀ ਦੇ ਤੌਰ ਤੇ ਵੀ ਗਿਣਿਆ ਜਾਂਦਾ ਹੈ। ਜਿਹੜੀ ਬਾਕੀ ਬਾਬਰੀ ਮਸਜਿਦ ਦਾ ਜਿੰਦਾ ਕਿਹਨੇ ਖਿਲਾਇਆ, ਉਹ ਕਾਂਗਰਸ ਨੇ। ਸਟਾਰਟ ਤਾਂ ਤੁਸੀਂ ਕਰਦੇ ਹੋ ਨਾ ਚੀਜ਼ਾਂ, ਤੇ 84 ਤੱਕ ਕਿਵੇਂ ਆਈ ਗੇਮ ਸਾਰੀ ਦੀ ਸਾਰੀ, ਉਹ ਵੀ ਤਾਂ ਉਹਦੇ ਤੇ ਉਸੇ ਟਾਈਪ ਦਾ ਇਲਜ਼ਾਮ ਲੱਗਦੇ ਨੇ। ਤਾਂ ਇੱਕ ਪਾਰਟੀ ਦੀ ਅਪਰੋਚ ਤੇ ਸਟਰਕਚਰ, ਢਾਂਚਾ, ਸਾਰਾ ਕੁਝ, ਉਹਦੀ ਬਣਤਰ ਤੋਂ ਲੈ ਕੇ ਉਹਦਾ ਚਾਲ ਚੱਲਣ ਤੇ ਉਹਦੇ ਤੌਰ ਤਰੀਕੇ, ਤੁਸੀਂ ਉੱਥੇ ਤੱਕ ਲੈ ਆ ਰਹੇ ਹੋ। ਹੁਣ ਰੈਡੀਕਲੀ ਇੱਕੋ ਦਮ ਚਾਹੁੰਦੇ ਹੋ ਕਿ ਉਹ ਪਾਰਟੀ ਦੂਜੇ ਪਾਸੇ ਖੜੀ ਹੋ ਜਾਏਗੀ। ਰਾਹੁਲ ਗਾਂਧੀ ਵੀ ਇੱਕ ਸਮੇਂ ਤੱਕ ਆ ਜਿਹੜਾ ਜੰਮੂ ਕਸ਼ਮੀਰ ਵਾਲਾ ਬਿੱਲ ਆਇਆ ਸੀ ਪਾਰਲੀਮੈਂਟ ਦੇ ਵਿੱਚ, ਕਾਂਗਰਸ ਟੁੱਟੀ ਨਜ਼ਰ ਆਈ, ਕਾਂਗਰਸ ਤੋਂ ਸਟੈਂਡ ਨਹੀਂ ਲਿਆ ਗਿਆ। ਅੱਧੇ ਬੰਦੇ ਬਗਾਵਤ ਕਰਨ ਨੂੰ ਤਿਆਰ ਸੀਗੇ ਕਿ ਨਹੀਂ ਜੇ ਠੀਕ ਹੈ ਤੁਸੀਂ ਪੁੱਠੇ ਪਾਸਾ ਨਾ ਚੁਣੋ, ਔਰ ਬਾਕੀ ਗੱਲਾਂ ਤੇ ਵੀ ਖਾਮੋਸ਼ ਨੇ। ਕਦੇ ਮੁਸਲਿਮ ਮਾਮਲੇ ਤੇ ਕਾਂਗਰਸ ਨੇ ਐ ਲਾਈਨ ਕੱਢ ਕੇ ਨਹੀਂ ਮਤਲਬ ਲੜਾਈ ਲੜੀ। ਉਸ ਤੋਂ ਬਾਅਦ ਤੁਸੀਂ ਸੌਫਟ ਦੇ ਉੱਤੇ ਜਿਹੜਾ ਅਗਰੈਸਿਵ ਹਿੰਦੂਤਵ ਸੀ ਉਹ ਭਾਰੀ ਪੈ ਗਿਆ। ਹੁਣ ਤੁਸੀਂ ਦੂਜੇ ਪਾਸੇ ਇੱਕ ਲਾਈਨ ਕੱਢਣਾ ਚਾਹੁੰਦੇ ਹੋ, ਠੀਕ ਹੈ, ਵੀ ਇਹ ਕੋਈ ਮਾੜੀ ਗੱਲ ਨਹੀਂ ਹੈ ਲਾਈਨ ਕੱਢਣਾ, ਔਰ ਇੱਕ ਚੰਗੀ ਸ਼ੁਰੂਆਤ ਹੈ। ਫਿਰ ਵੀ ਇੱਕ ਬੈਨਰ ਜੇਕਰ ਤੁਸੀਂ ਬਣਾ ਰਹੇ ਹੋ ਕਿ ਅਸੀਂ ਨਫ਼ਰਤ ਦੇ ਖਿਲਾਫ ਖੜੇ ਹੋ ਰਹੇ ਹਾਂ ਤਾਂ ਇੱਕ ਚੰਗੀ ਗੱਲ ਹੈ ਉਹ। ਪਰ ਉਸ ਮਾਮਲੇ 'ਚ ਕੀ ਕਿਸੇ ਇੱਕ ਵਿਅਕਤੀ ਦੀ ਇਮੇਜ ਸੁਧਾਰਨ ਤੱਕ ਸੀਮਿਤ ਰਹੋਗੇ, ਜਾਂ ਇੱਕ ਬਾਕੀ, ਜਾਂ ਤੁਸੀਂ ਓਵਰਆਲ ਢਾਂਚਾ ਵੀ ਬਣ ਰਹੇ ਹੋ। ਤੁਸੀਂ ਅੱਜ ਵੀ ਆਪਣੇ ਸੂਬਿਆਂ ਦੀਆਂ ਇਕਾਈਆਂ ਨੂੰ ਕਿਸ ਲੈਵਲ ਦੀ ਤਾਕਤ ਦੇ ਰਹੇ ਹੋ, ਅੱਜ ਵੀ ਪਾਰਟੀ ਦੇ ਅੰਦਰ ਕਿਸ ਲੈਵਲ ਦਾ ਰਿਫਾਰਮ ਕਰਨ ਜਾ ਰਹੇ ਹੋ, ਕੀ ਉਹ ਸਾਰਾ ਕੁਝ ਮਤਲਬ ਆਪਸਦਾਰੀ ਦੇ ਵਿੱਚ ਅੰਦਰੋਂ ਔਰ ਬਾਹਰੋਂ ਦੋਨੇ ਕਿਸਮ ਦੀ ਇੱਕ ਸਕੂਲਿੰਗ ਵੀ ਹੋਏਗੀ ਜਾਂ ਨਹੀਂ, ਇੱਕ ਮਾਈਂਡਸੈਟ ਦੀ ਗੱਲ ਵੀ ਤਾਂ ਹੋਏਗੀ ਜੇ ਉਸ ਲੈਵਲ ਦੀ। ਔਰ ਉਹਦੇ ਲਈ ਇੱਕ ਟੀਮ ਹੁੰਦੀ ਹੈ, ਇੱਕ ਗੁਲਦਸਤਾ ਹੁੰਦਾ। ਜੇ ਤੁਸੀਂ ਇਹ ਕਹਿੰਦੇ ਹੋ ਕਿ ਇਹ ਦੇਸ਼ ਵੰਨ ਸੁਵੰਨ ਹੈ, ਵੱਖ-ਵੱਖ ਧਰਮ ਨੇ, ਬੋਲੀਆਂ ਨੇ, ਵਿਰਸਾ ਹੈ, ਸੱਭਿਆਚਾਰ ਹੈ, ਵੱਖ-ਵੱਖ ਹੈ, ਤਾਂ ਉੱਥੋਂ ਦੀ ਲੋਕਲ ਲੀਡਰਸ਼ਿਪ ਵੱਖ-ਵੱਖ ਵਿਰਸੇ ਨਾਲ ਜੁੜੀ ਹੋਈ, ਜਿਹੜੀ ਖੇਤਰੀ ਲੀਡਰਸ਼ਿਪ ਹੈ, ਡਿਫਰੈਂਟ ਖੇਤਰੀ ਜਥੇਬੰਦੀਆਂ ਨੇ, ਉਹਨਾਂ ਪ੍ਰਤੀ ਤੁਹਾਡੀ ਅਪਰੋਚ ਕੀ ਹੈ? ਤੁਸੀਂ ਇਸ ਫੈਡਰਲ ਸਟਰਕਚਰ ਦੇ ਬਾਰੇ, ਜਿਸ ਲੈਵਲ ਦਾ ਪਹਿਲਾਂ 356 ਜਿੰਨੇ ਵਾਰ ਕਾਂਗਰਸ ਨੇ ਲਾਈ, ਸ਼ਾਇਦ ਕਿਸੇ ਨੇ ਨਹੀਂ ਲਾਈ ਤੋੜੀਆਂ ਸਰਕਾਰਾਂ, ਤੇ ਅੱਜ ਵੀ ਕੀ ਤੁਸੀਂ ਉਹ ਰੁਤਬੇ ਦੇਣ ਲਈ ਉਹਨਾਂ ਨੂੰ ਤਿਆਰ ਹੋ? ਅੱਜ ਰਾਹੁਲ ਗਾਂਧੀ ਤੇ ਥੋੜਾ ਜਿਹਾ ਇੱਕ ਗੱਲ ਕੀਤੀ ਉਦੋਂ ਬਾਅਦ ਤੋਂ, ਮਤਲਬ ਉਹ ਪਹਿਲਾਂ ਕਹਿੰਦੇ ਕਿ ਖੇਤਰੀ ਪਾਰਟੀਆਂ ਹੈਗੀਆਂ ਨੇ,
ਪਰ ਉਹਨਾਂ ਕੋਲ ਨੈਸ਼ਨਲ ਵਿਜ਼ਨ ਨਹੀਂ ਹੈ। ਪਰ ਉਹਨਾਂ ਦਾ ਰੋਲ ਹੈਗਾ। ਕਿਉਂ ਕਿਸੇ ਖੇਤਰੀ ਪਾਰਟੀ ਕੋਲ ਨੈਸ਼ਨਲ ਵਿਜ਼ਨ ਨਹੀਂ ਹੋ ਸਕਦਾ ਜੀ? ਉਹਦੇ ਕੋਲ ਇੰਟਰਨੈਸ਼ਨਲ ਵਿਜ਼ਨ ਵੀ ਹੋ ਸਕਦਾ। ਅਕਾਲੀ ਦਲ ਜੇ ਅਕਾਲੀ ਦਲ ਰਹੇ, ਜੇ ਉਹ ਸਿੱਖੀ ਸਿਧਾਂਤ ਤੇ ਚੱਲੇ, ਤਾਂ ਉਹਦੇ ਕੋਲ ਤਾਂ ਬ੍ਰਾਹਮਣ ਡਿਵੀਜ਼ਨ ਵੀ ਹੋ ਸਕਦਾ। ਕੋਈ ਜ਼ਰੂਰੀ ਥੋੜੀ ਹੈ ਕਿ ਇਕੱਲਾ ਖੇਤਰੀ ਮਤਲਬ ਇਹ ਲੈਂਡ ਤੁਸੀਂ ਕਿੱਥੋਂ ਸਿਰਸ ਰਹੇ ਹੋ ਕਿ ਜੇ ਉਹਦਾ ਦਾਇਰਾ ਉੱਥੇ ਤੱਕ ਸੀਮਿਤ ਹੈ, ਉਹਦਾ ਵਿਜ਼ਨ ਵੀ ਉੱਥੇ ਤੱਕ ਸੀਮਿਤ ਹੈ। ਐ ਨਹੀਂ ਨਾ ਹੁੰਦਾ। ਸਟਰਕਚਰ ਢਾਂਚਾ ਤੁਹਾਡਾ ਹੋਰ ਹੁੰਦਾ ਤੇ ਬਾਕੀ। ਇਸ ਲਈ ਜਿਹੜੇ ਵੱਡੇ ਆਈਡੀਓਲੋਜੀਕਲ ਇਹ ਮਾਮਲੇ ਨੇ, ਇਹਨਾਂ ਨੂੰ ਤਾਂ ਅਜੇ ਐਡਰੈਸ ਕਰਨਾ ਹੈ। ਪਰ ਇਹ ਠੀਕ ਹੈ, ਇਹ ਯਾਤਰਾ ਨੇ ਵੀ ਇੱਕ ਚਰਚਾ ਛੇੜੀ ਹੈ, ਵੱਡੇ ਪੱਧਰ ਤੇ ਛੇੜੀ ਹੈ, ਜਿਹਦੇ ਚ ਬੀਜੇਪੀ ਤੇ ਆਰਐਸਐਸ ਡਿਫੈਂਸਿਵ ਇੱਕ ਲੈਵਲ ਦਾ ਰੱਖਿਆਤਮਕ ਨਜ਼ਰ ਆ ਰਹੀਆਂ ਨੇ, ਔਰ ਲੋਕ ਇਹ ਗੱਲ ਸੁਣਨ ਲਈ ਤਿਆਰ ਹੋਏ ਨੇ। ਕਿਉਂ? ਕਿਉਂਕਿ ਇਹਦੇ ਵਿੱਚ ਇਕੱਲਾ ਕਾਂਗਰਸ ਨਹੀਂ ਜਾਂ ਕਾਂਗਰਸ ਦੇ ਬਾਕੀ ਲੀਡਰ ਤਾਂ ਨਹੀਂ ਦਿਖਾਈ ਦਿੰਦੇ, ਵੱਡੇ ਜਿਹੜੇ ਸੋ ਕਾਲਡ ਜਿਹੜੇ ਵੱਡੇ ਲੀਡਰ ਸੀ, ਪਰ ਜਿੰਨੀਆਂ ਸੋਸ਼ਲ ਮੂਵਮੈਂਟਸ ਦੇ ਵਿੱਚ ਆ ਰਹੀਆਂ ਧਿਰਾਂ ਨੇ, ਉਹ ਐਕਟਿਵਿਸਟ ਨੇ, ਵੱਖ-ਵੱਖ ਅੰਦੋਲਨ ਲੜ ਰਹੇ, ਉਹ ਜਿਹਨੂੰ ਗੁਜਰਾਤ ਦੇ ਵਿੱਚ ਵਿਕਾਸ ਵਿਰੋਧੀ ਦੇ ਤੌਰ ਤੇ ਜਾਣਿਆ ਜਾਂਦਾ ਹੈ, ਪਰ ਉਹ ਜਿਹੜੇ ਮਜ਼ਦੂਰਾਂ ਕਿਸਾਨਾਂ ਦੀ ਲੜਾਈ ਲੜ ਰਹੀ ਮੇਧਾ ਪਾਟਕਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਲੋਕ ਜਿਹੜੇ ਇੱਥੋਂ ਤੱਕ ਆਉਂਦੇ ਨੇ ਚੱਲਦੇ ਤਾਂ ਇਹਦਾ ਮਤਲਬ ਉਹ ਸਾਰੇ ਲੋਕ ਤਾਂ ਐ ਨਹੀਂ ਨਾ ਨਲਾਇਕ ਵੀ ਤੁਸੀਂ ਪਤਾ ਨਹੀਂ ਕੀ ਸੋਚਦੇ, ਉਹਨਾਂ ਨੂੰ ਲੱਗਦਾ ਕੁਝ ਪੋਜ਼ਿਟਿਵਿਟੀ ਹੈ। ਸਾਨੂੰ ਐਸ ਮਾਰੇ ਚਾਹੇ ਥੋੜਾ ਉਹਦਾ ਫਾਇਦਾ ਹੁੰਦਾ ਹੋਵੇ, ਪਰ ਇੱਕ ਲਾਈਨ ਦੇ ਕ੍ਰਾਸ ਕਰਨਾ ਚਾਹੀਦਾ ਆਪਸ ਦੇ ਵਿੱਚ, ਇਹਦੀ ਪ੍ਰਾਪਤੀ ਹੈ। ਐਸਪੀ ਸਿੰਘ ਭਾਜੀ, ਅਮਿਤ ਸਿੰਘ ਭਾਜੀ ਕਹਿੰਦੇ ਕਿ ਨਵੀਂ ਲਾਈਨ ਜ਼ਰੂਰ ਖਿੱਚਣ ਦੀ ਰਾਹੁਲ ਕੋਸ਼ਿਸ਼ ਕਰ ਰਿਹਾ, ਪਰ ਉਹਦੇ ਨਾਲ ਇਹ ਵੀ ਸਵਾਲ ਖੜਾ ਕਹਿੰਦੇ ਕਿ ਉਹ ਇੱਕ ਵਿਅਕਤੀ ਦੀ ਮਤਲਬ ਕਿ ਦੇਖਣ ਨੂੰ ਉਭਾਰਨ ਦੀ ਕੋਸ਼ਿਸ਼ ਵੀ ਨਜ਼ਰ ਆਉਂਦੀ ਹੈ ਇਸ ਦੇ ਵਿੱਚੋਂ। ਤੇ ਦੂਸਰੇ ਪਾਸੇ ਜੇਕਰ ਅਸੀਂ ਧਰਮ ਨਿਰਪੱਖਤਾ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਕਿ ਕਾਂਗਰਸ ਮੂਹਰੇ ਜੇ 84 ਖੜਾ ਹੈ, ਅਕਾਲ ਤਖਤ ਸਾਹਿਬ ਢਾਉਣ ਤੋਂ ਲੈ ਕੇ ਦਿੱਲੀ ਸੇ ਕਤਲੇਆਮ ਤੱਕ ਦਾ ਪਹਿਲੂ ਖੜਾ, ਤਾਂ ਉਧਰ ਬੀਜੇਪੀ ਮੂਹਰੇ ਵੀ ਗੋਧਰਾ ਖੜਾ। ਸੋ ਇਸ ਲਈ ਇਹ ਸਾਰਿਆਂ ਦੇ ਵਿੱਚੋਂ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਵਿਅਕਤੀ ਵਿਸ਼ੇਸ਼ ਨੂੰ ਉਭਾਰਨ ਦੀ ਹੈ ਜਾਂ ਸੱਚਮੁੱਚ ਧਰਮ ਨਿਰਪੱਖ ਵਜੋਂ ਉਭਰਨ ਦੀ ਕੋਸ਼ਿਸ਼? ਪੋਲੀਟੀਕਲ ਪਾਰਟੀ ਦੇ ਬੜੇ ਗੋਸਟਸ ਹੁੰਦੇ ਨੇ, ਹਰ ਪੋਲੀਟੀਕਲ ਪਾਰਟੀ ਦੇ ਭੂਤ ਹੁੰਦੇ ਨੇ ਜਿਹੜੇ ਉਹਨੂੰ ਚਿਮੜੇ ਰਹਿੰਦੇ ਨੇ। ਜਦੋਂ ਤੱਕ ਤੁਸੀਂ ਉਹਨਾਂ ਭੂਤਾਂ ਦੇ ਨਾਲ ਦੋ ਹੱਥ ਨਹੀਂ ਕਰੋਗੇ, ਕੋਈ ਨਾ ਕੋਈ ਉਹ ਭੂਤ ਲਿਆ ਕੇ ਤੁਹਾਡੇ ਗੱਲ ਪਾ ਦੇਗਾ। ਕਦੀ ਨਾ ਕਦੀ ਡੈਮੋਕ੍ਰੈਟਸ ਨੂੰ, ਕਦੀ ਰਿਪਬਲਿਕਨਸ ਨੂੰ ਇਹ ਗੱਲ ਕਰਨੀ ਪੈਂਦੀ ਹੈ ਕਿ ਸਲੇਵਰੀ ਦੇ ਵੇਲੇ ਉਹਨਾਂ ਦਾ ਸਟਾਂਸ ਕੀ ਸੀ, ਕਿ ਸਿਵਲ ਵਾਰ ਬਾਰੇ ਉਹ ਕਿਸ ਤਰ੍ਹਾਂ ਸੋਚਦੇ ਨੇ, ਕਨਫੈਡਰੇਸੀ ਬਾਰੇ ਉਹ ਕਿਵੇਂ ਸੋਚਦੇ ਨੇ। ਇਸੇ ਤਰੀਕੇ ਨਾਲ ਜਿਹੜੇ ਕਾਂਗਰਸ ਦੇ ਮਾੜੇ ਅਧਿਆਏ ਨੇ, ਕਿਤੇ ਨਾ ਕਿਤੇ ਕਾਂਗਰਸ ਨੂੰ ਉਹਨਾਂ ਦੇ ਨਾਲ ਗੁੱਥਮ ਗੁੱਥਾ ਹੋਣਾ ਪਵੇਗਾ। ਅਸੀਂ ਅੱਜ ਤੱਕ ਕਾਂਗਰਸ ਦੇ ਮੂੰਹੋਂ ਐਜ਼ ਅ ਪੋਲੀਟੀਕਲ ਪਾਰਟੀ, ਉਹਦੇ ਲੀਡਰਾਂ ਨੇ ਲਿਖਿਆ, ਪਰ ਐਜ਼ ਅ ਪੋਲੀਟੀਕਲ ਪਾਰਟੀ ਕਾਂਗਰਸ ਨੇ ਐਮਰਜੈਂਸੀ ਦੇ ਵੇਲੇ ਆਪਣੇ ਸਾਰੇ ਰੋਲ ਨਾਲ ਕਿਵੇਂ ਨਜਿੱਠਿਆ, ਇਹਦੇ ਨਾਲ ਕਿਵੇਂ ਇੰਗੇਜ ਕੀਤਾ। ਆਈ ਐਮ ਸ਼ੋਰ ਕਿ ਰਾਹੁਲ ਗਾਂਧੀ ਇੰਨੇ ਕੋ ਡੈਮੋਕ੍ਰੈਟ ਨੇ ਕਿ ਉਹਨਾਂ ਨੇ ਪਿੱਛੇ ਮੁੜ ਕੇ ਨਾ ਕੇਵਲ ਉਹਨੂੰ ਆਪਣੀ ਦਾਦੀ ਸਮਝ ਕੇ, ਬਲਕਿ ਉਹਨੂੰ ਇੱਕ ਹਿੰਦੁਸਤਾਨ ਦੀ ਵੱਡੀ ਪੋਲੀਟੀਸ਼ੀਅਨ ਸਮਝ ਕੇ ਇੰਦਰਾ ਗਾਂਧੀ ਦੇ ਰੋਲ ਨੂੰ ਜਾਂਚਿਆ ਪਰਖਿਆ ਹੋਵੇਗਾ, ਤੇ ਇਹ ਇੱਕ ਅੰਦਰ ਦੀ ਮਨ ਦੀ ਯਾਤਰਾ ਉਹਨਾਂ ਨੇ ਜ਼ਰੂਰ ਕੀਤੀ ਹੋਵੇਗੀ। ਪਰ ਇਹਨੂੰ ਐਡਾ ਗੁਪਤ ਜੇ ਉਹ ਰੱਖਣਗੇ ਤੇ ਸਾਨੂੰ ਪਤਾ ਨਹੀਂ ਲੱਗੇਗਾ, ਤਾਂ ਇਹਦਾ ਕੋਈ ਫਾਇਦਾ ਨਹੀਂ। ਅਸੀਂ ਸੁਣਨਾ ਚਾਹੁੰਦੇ ਹਾਂ ਕਿ ਰਾਹੁਲ ਗਾਂਧੀ ਨੇ ਐਮਰਜੈਂਸੀ ਦੇ ਦੌਰਾਨ ਜੋ ਕਾਂਗਰਸ ਨੇ ਕੀਤਾ ਉਹਦੇ ਨਾਲ ਕਿਸ ਤਰੀਕੇ ਨਾਲ ਇੰਗੇਜ ਕੀਤਾ। ਜੋ ਪੰਜਾਬ ਦੇ ਵਿੱਚ ਜੇ ਹਰਮੰਦਰ ਸਾਹਿਬ ਦੇ ਉੱਤੇ ਟੈਂਕ ਚਾੜੇ ਗਏ, ਜੇ ਇਸ ਖਿੱਤੇ ਦੇ ਵਿੱਚੋਂ ਉੱਠੀ ਇੱਕ ਪੋਲੀਟੀਕਲ ਐਸਪੀਰੇਸ਼ਨ ਦੀ ਮੂਵਮੈਂਟ ਨੂੰ ਅੱਤਵਾਦੀ ਮੂਵਮੈਂਟ ਬਣਾ ਕੇ ਪੇਸ਼ ਕੀਤਾ ਗਿਆ। 1984 ਦੇ ਵਿੱਚ ਜਿਸ ਵੇਲੇ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ, ਤਾਂ ਜਿਹੜੀਆਂ ਰਾਸ਼ਟਰੀ ਅਖਬਾਰਾਂ ਦੇ ਵਿੱਚ ਵੱਡੀਆਂ ਐਡਵਰਟਾਈਜ਼ਮੈਂਟਸ, ਵੱਡੇ ਇਸ਼ਤਿਹਾਰ ਕਾਂਗਰਸ ਪਾਰਟੀ ਵੱਲੋਂ ਦਿੱਤੇ ਗਏ, ਉਹਦੇ ਵਿੱਚ ਇੱਕ ਸਿੱਖ ਡਰਾਈਵਰ ਨੂੰ ਖੜਾ ਕਰਕੇ ਤੇ ਨਾਲ ਇੱਕ ਮਾਂ ਦੇ ਨਾਲ ਬੱਚੀ ਖੜੀ ਹੈ, ਉਸ ਨੂੰ ਖੜਾ ਦਿਖਾ ਕੇ ਤੇ ਥੱਲੇ ਲਿਖਿਆ ਗਿਆ ਸੀ ਕਿ ਤੁਸੀਂ ਇਸ ਵਿਅਕਤੀ ਨਾਲ ਆਪਣੀ ਬੱਚੀ ਨੂੰ ਸਕੂਲ ਭੇਜ ਸਕਦੇ ਹੋ। ਜਵਾਬ ਹੈ ਨਹੀਂ, ਕਿਉਂਕਿ ਉਹ ਨੈਚੁਰਲੀ ਉਹ ਅੱਤਵਾਦੀ ਹੈ। ਉਹਦੇ ਵਿੱਚ ਇੱਕ ਸੱਪ ਦਿਖਾ ਕੇ ਤੇ ਇੱਕ ਸਿੱਖ ਦਿਖਾ ਕੇ ਪੁੱਛਿਆ ਗਿਆ ਸੀ ਕਿ ਤਸਵੀਰ ਵਿੱਚ ਕਿੰਨੇ ਸੱਪ ਹਨ। ਇਹ ਆਫੀਸ਼ੀਅਲ ਐਡਵਰਟਾਈਜ਼ਮੈਂਟ ਸਨ, ਇਹ ਕੋਈ ਪ੍ਰੌਕਸੀ ਨਹੀਂ ਸਨ, ਕਿਸੇ ਨੇ ਚੋਰੀ ਛਿਪੇ ਬੇਨਾਮੀ ਨਹੀਂ ਦਿੱਤੀਆਂ। ਇਹ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸ਼ਾਇਆ ਦੇਸ਼ ਦੇ ਵੱਡੇ ਰਾਸ਼ਟਰੀ ਅਖਬਾਰਾਂ ਦੇ ਵਿੱਚ ਛਪੀਆਂ ਹੋਏ ਇਸ਼ਤਿਹਾਰ ਹਨ। ਮੈਂ ਕਾਂਗਰਸ ਤੋਂ ਉਹਨਾਂ ਇਸ਼ਤਿਹਾਰਾਂ ਬਾਰੇ ਇੱਕ ਮੁਆਫੀ ਸੁਣਨੀ ਚਾਹੁੰਦਾ ਹਾਂ। ਸਾਡੇ ਲੋਕ ਸੁਣਨਾ ਚਾਹੁੰਦੇ ਨੇ ਨਾ ਕੋਈ ਜਲਿਆਂਵਾਲੇ ਬਾਗ ਦੇ ਬਾਰੇ ਮੁਆਫੀ ਮੰਗ ਲਵੇ। ਦੇਖੋ ਇਹ ਬੜੀਆਂ ਪੋਲੀਟੀਕਲ ਮਾਫੀਆ ਹੁੰਦੀਆਂ ਨੇ, ਇਹਨਾਂ ਦੇ ਬਹੁਤ ਮਾਇਨੇ ਹੁੰਦੇ ਨੇ। ਜੇ ਅੱਜ ਰਾਹੁਲ ਗਾਂਧੀ ਮਾਫੀ ਮੰਗਦਾ ਤੇ ਕਿਸ ਤੋਂ ਮੰਗੇਗਾ, ਕਿਸ ਕੋਲ ਅਧਿਕਾਰ ਹੈ ਮਾਫੀ ਐਕਸੈਪਟ ਕਰਨ ਦਾ, ਕਿਸ ਕੋਲ ਅਧਿਕਾਰ ਹੈ ਉਸ ਨੂੰ ਮਾਫ ਕਰ ਦੇਣ ਦਾ। ਪਰ ਰਾਹੁਲ ਗਾਂਧੀ ਕੋਲ ਕੀ ਮਾਫੀ ਨਾ ਮੰਗਣ ਦਾ ਅਧਿਕਾਰ ਹੈ? ਕੀ ਉਸ ਨੂੰ ਇਹ ਸਪੇਸ ਦਿੱਤੀ ਜਾ ਸਕਦੀ ਹੈ? ਸੋ ਔਰ ਉਸ ਤੋਂ ਬਾਅਦ ਜਦੋਂ ਇਹ ਇਸ ਰਸਤੇ ਉਹ ਤੁਰੇਗਾ ਤਾਂ ਇੱਕ ਲੰਬੀ ਯਾਤਰਾ ਕਰਨ ਵਾਲੀ ਪਈ ਹੈ
ਕਿ ਵੀਪੀ ਸਿੰਘ ਕਾਂਗਰਸ ਛੱਡ ਕੇ ਕਿਉਂ ਚਲੇ ਗਏ ਸਨ। ਕਰਪਸ਼ਨ ਦਾ ਮੁੱਦਾ ਉਸ ਵੇਲੇ ਦੇਸ਼ ਦੇ ਵਿੱਚ ਵੱਡਾ ਕਿਉਂ ਬਣਿਆ ਸੀ, ਇਹ ਕਾਂਗਰਸ ਤੁਹਾਡੇ ਸਾਹਮਣੇ ਟੁੱਟਿਆ। ਉਸ ਵੇਲੇ ਦੀ ਜਿਹੜਾ ਹਮੀਰ ਜੀ ਨੇ ਜਿਹੜੀਆਂ ਸੋਸ਼ਲਿਸਟ ਮੂਵਮੈਂਟਸ ਦੀ ਗੱਲ ਕੀਤੀ ਹੈ, ਜਿਹੜੀਆਂ ਅਦਰ ਦੈਨ ਕਾਂਗਰਸ ਚੱਲਦੀਆਂ ਸੀ, ਉਹ ਸਾਰੀਆਂ ਉਸ ਵੇਲੇ ਨਾਲ ਆ ਕੇ ਰਲੀਆਂ ਨੇ। ਉਸੇ ਵੇਲੇ ਰਜਨੀ ਕੋਠਾਰੀ ਆ ਕੇ ਪਲੈਨਿੰਗ ਕਮਿਸ਼ਨ ਦੇ ਡਿਪਟੀ ਚੇਅਰਮੈਨ ਬਣਦੇ ਨੇ ਨਾ। ਉਹ ਮਤਲਬ ਅਸੀਂ ਕਿੰਨਾ ਲੋਕਾਂ ਨੂੰ ਆਪਣੇ ਨਾਲ ਲਗਾਉਣਾ ਸੀ, ਤੇ ਕਿਹੜੇ ਲੋਕ ਅੰਤ ਤੇ ਕਾਂਗਰਸ ਦੇ ਵਿੱਚ ਰਹਿ ਜਾਂਦੇ ਨੇ। ਜਿਹੜੇ ਅਡਾਨੀ ਅੰਬਾਨੀ ਅੱਜ ਤੁਹਾਨੂੰ ਮੋਦੀ ਸਾਹਿਬ ਦੇ ਯਾਰ ਦਿਸਦੇ ਨੇ, ਇਹਨਾਂ ਦੇ ਨਾਲ ਕਾਂਗਰਸ ਦੀਆਂ ਭਿਆਲੀਆਂ ਬਾਰੇ ਬੜੇ ਲੰਬੇ ਚੌੜੇ ਕਿੱਸੇ ਤੇ ਕਿਤਾਬਾਂ ਨੇ। ਅਰੁਣ ਸ਼ੌਰੀ ਜਿਸ ਵੇਲੇ ਇੰਡੀਅਨ ਐਕਸਪ੍ਰੈਸ ਦੇ ਐਗਜ਼ੈਕਟਿਵ ਐਡੀਟਰ ਹੁੰਦੇ ਸੀ, ਤਾਂ ਰਿਲਾਇੰਸ ਬਾਰੇ ਜਿੰਨੇ ਉਹਨਾਂ ਦੇ ਲੰਬੇ ਚੌੜੇ ਲੇਖ ਨੇ, ਤੇ ਅਨਿਲ ਅੰਬਾਨੀ ਤੇ ਮੁਕੇਸ਼ ਅੰਬਾਨੀ ਦੇ ਰੋਲ ਬਾਰੇ, ਇਵਨ ਧੀਰੂ ਭਾਈ ਅੰਬਾਨੀ ਦੇ ਵੱਖ-ਵੱਖ ਪੋਲੀਟੀਸ਼ੀਅਨਸ ਦੇ ਨਾਲ ਸੰਬੰਧਾਂ ਬਾਰੇ, ਉਹ ਕਿਸ ਤੋਂ ਛੁਪੇ ਨਹੀਂ। ਹਮੀਰ ਜੀ ਨੇ ਇੱਕ ਗੱਲ ਬਹੁਤ ਪਿਆਰੀ ਕੀਤੀ ਹੈ ਕਿ ਕਾਂਗਰਸ ਇੱਕ ਪਾਰਟੀ ਨਹੀਂ ਹੈ, ਦਰਅਸਲ ਇਹ ਸ਼ੁਰੂ ਤੋਂ ਇੱਕ ਕੋਲੀਸ਼ਨ ਰਹੀ ਹੈ। ਜਦੋਂ ਇਸ ਦੇਸ਼ ਨੇ ਆਜ਼ਾਦੀ ਹਾਸਲ ਕੀਤੀ ਸੀ, ਵੱਖ-ਵੱਖ ਨਾਰੇ ਸਨ। ਉਹਦੇ ਚੋਂ ਇੱਕ ਟਾਟਾ ਬਿਰਲਾ ਹਾਏ ਹਾਏ ਵੀ ਨਾਰਾ ਸੀ, ਇਹ ਵੀ ਯਾਦ ਕਰੋ। ਉਹਦੇ ਚ ਕਿਸਾਨ ਮਜ਼ਦੂਰ ਤੇ ਜੈ ਜਵਾਨ ਜੈ ਕਿਸਾਨ ਜੇ ਨਾਰਾ ਸੀ, ਤਾਂ ਟਾਟਾ ਬਿਰਲਾ ਹਾਏ ਹਾਏ ਵੀ ਨਾਰਾ ਸੀ। ਸੋ ਇੱਕ ਇੰਟਰਨਲ ਕਨਫਲਿਕਟ ਹਮੇਸ਼ਾ, ਇੱਕ ਇੰਟਰਨਲ ਸਟ੍ਰੇਨ ਹਮੇਸ਼ਾ ਪੋਲੀਟੀਕਲ ਪਾਰਟੀਆਂ ਵਿੱਚ ਰਹਿੰਦੀ ਹੈ। ਪਰ ਭਾਰੂ ਕਾਂਗਰਸ ਦੇ ਵਿੱਚ ਕਿਹੜੀ ਸੋਚ ਹੋ ਗਈ ਸੀ 1991 ਦੀਆਂ ਪਾਲਿਸੀਜ਼ ਬਾਰੇ, ਤੇ ਉਸ ਤੋਂ ਬਾਅਦ ਲਗਾਤਾਰ ਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਵਿਕਾਸ ਦੇ ਸਾਰੇ ਨੈਰੇਟਿਵ ਨੂੰ ਜੀਡੀਪੀ ਦੇ ਦੁਆਲੇ ਖੜਾ ਕੀਤਾ ਗਿਆ, ਕਾਂਗਰਸ ਦੀ ਇਸ ਵਿੱਚ ਕੀ ਸ਼ਮੂਲੀਅਤ ਹੈ। ਮਨਮੋਹਨ ਸਿੰਘ ਤੇ ਮੌਂਟੇਕ ਸਿੰਘ ਆਹਲੂਵਾਲੀਆ ਮਾਡਲਸ ਦੇ ਨਾਲ ਰਾਹੁਲ ਗਾਂਧੀ ਕਿਵੇਂ ਨਾਪਦੇ ਨੇ। ਰਾਹੁਲ ਗਾਂਧੀ ਜੀ ਨੂੰ ਮੈਂ ਸੁਣਿਆ ਕਿ ਉਸ ਬੱਚੀ ਨਾਲ ਬਹੁਤ ਪਿਆਰ ਹੈ ਤੇ ਉਹਦੇ ਤੇ ਮੁਹੱਬਤ ਆ ਗਈ ਹੈ, ਜਿਹੜੀ ਠੰਡ ਦੇ ਵਿੱਚ ਠੰਡੀ ਉਹਨਾਂ ਦੇ ਕੋਲ ਆਈ, ਤੇ ਜਿਸ ਤੋਂ ਇਨਸਪਾਇਰ ਹੋ ਕੇ, ਪ੍ਰਭਾਵਿਤ ਹੋ ਕੇ, ਪ੍ਰੇਰਿਤ ਹੋ ਕੇ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਹੁਣ ਸਵੈਟਰ ਨਹੀਂ ਪਾਣਾ, ਮੈਂ ਜੈਕਟ ਨਹੀਂ ਪਾਣੀ, ਮੈਂ ਟੀ-ਸ਼ਰਟ ਵਿੱਚ ਰਵਾਂਗਾ। ਰਾਹੁਲ ਗਾਂਧੀ ਜੀ ਨੂੰ ਇਸ ਗੱਲ ਨਾਲ ਨਜਿੱਠਣਾ ਪਵੇਗਾ ਕਿ ਉਹਨਾਂ ਪਾਲਿਸੀਜ਼ ਦੇ ਇਵਜ਼ ਦੇ ਵਿੱਚ ਸਾਡੇ ਬਹੁਤ ਸਾਰੇ ਬੱਚੇ ਅੱਜ ਠੰਡ ਵਿੱਚ ਨੇ, ਬੇਘਰੇ ਨੇ। ਇਸ ਦੇਸ਼ ਨੇ ਉਹਨਾਂ ਦੀ ਦਾਦੀ ਦਾ ਦਿੱਤਾ ਰੋਟੀ ਕਪੜਾ ਮਕਾਨ ਦਾ ਨਾਰਾ ਹੁਣ ਛੱਡ ਦਿੱਤਾ ਹੋਇਆ ਹੈ। ਸਾਡੇ ਟੀਵੀ ਚੈਨਲਾਂ ਦੇ ਉੱਤੇ ਜੇ ਗੁਰਬਤ ਬਾਰੇ ਡਿਬੇਟ ਨਹੀਂ ਹੁੰਦੇ, ਹੁਣ ਅਸੀਂ ਮਤਲਬ ਇੱਕ ਬਗਲ ਮੇ ਚਾਂਦ ਹੋਗਾ ਇੱਕ ਬਗਲ ਮੇ ਰੋਟੀਆਂ ਤੋਂ ਬਿਨਾ ਕਦੀ ਰੋਟੀ ਤੇ ਅਚਾਰ ਬਾਰੇ ਚਟਨੀ ਬਾਰੇ ਗਾਣੇ ਨਹੀਂ ਸੁਣਦੇ, ਜਿਹੜੇ ਇਸ ਦੇਸ਼ ਨੇ ਬਹੁਤ ਦੇਖੇ ਨੇ। ਨਾ ਸਾਡਾ ਉਹ ਜਿਹਾ ਕਲਚਰ ਰਿਹਾ, ਨਾ ਸਿਨੇਮਾ ਰਿਹਾ, ਨਾ ਗੁਫ਼ਤਗੂ ਸਮਾਜ ਦੀ ਰਹੀ ਹੈ। ਇਹ ਆਵਾਮ ਦੇ ਨਾਲ ਗੁਫ਼ਤਗੂ ਦੇ ਵਿੱਚ ਇਹ ਸਮਾਜ ਹੁਣ ਹੈ ਹੀ ਨਹੀਂ ਹੈ। ਤਾਂ ਇਹਦੇ ਵਿੱਚ ਉਹਨਾਂ 91 ਦੀਆਂ ਲਿਬਰਲਾਈਜੇਸ਼ਨ ਤੇ ਗਲੋਬਲਾਈਜੇਸ਼ਨ ਦੀਆਂ ਪਾਲਿਸੀਜ਼ ਦਾ ਬਹੁਤ ਵੱਡਾ ਰੋਲ ਹੈ। ਕਾਂਗਰਸ ਇਹ ਫੈਸਲਾ ਕਰੇ ਕਿ ਉਹਨੇ ਨਰਸਿਮਹਾ ਰਾਓ ਤੇ ਮਨਮੋਹਨ ਸਿੰਘ ਦੀ ਜੋਟੀ ਦੀਆਂ ਇਹਨਾਂ ਪਾਲਿਸੀਜ਼ ਦਾ ਕ੍ਰੈਡਿਟ ਲੈਣਾ, ਜਿਹੜਾ ਕਿ ਉਹ ਲੈਂਦੀ ਆ ਰਹੀ ਹੈ, ਕਿ ਇਹਨਾਂ ਤੋਂ ਪਿੱਛਾ ਛੁਡਾਣਾ ਤੇ ਇਹਨਾਂ ਵੱਲ ਮੁੜ ਕੇ ਝਾਤ ਮਾਰਨੀ ਹੈ, ਤੇ ਆਪਣੇ ਦੇਸ਼ ਦੇ ਵਿਕਾਸ ਮਾਡਲ ਨੂੰ ਇੰਡੀਜੀਨਸ ਤਰੀਕੇ ਦੇ ਨਾਲ ਨਵੇਂ ਸਿਰੇ ਤੋਂ ਸੋਚਣਾ। ਇਹਨਾਂ ਇਕਨੋਮਿਕ ਤੇ ਸੋਸ਼ੀਓ ਇਕਨੋਮਿਕ ਵਿਜ਼ਨ ਦੇ ਵਿੱਚ ਕੋਈ ਚੇਂਜ ਨਜ਼ਰ ਨਹੀਂ ਆਉਂਦੀ। ਜਿੱਥੇ ਚੇਂਜ ਹੈ ਉਹ ਇਹ ਹੈ ਕਿ ਕਾਂਗਰਸ ਰਿਲੇਟਿਵਲੀ ਆਪਣੇ ਸੈਕੂਲਰਿਜ਼ਮ ਦੀਆਂ ਜੜ੍ਹਾਂ ਨੂੰ ਦੁਬਾਰਾ ਤੋਂ ਤਲਾਸ਼ ਰਹੀ ਹੈ, ਜਾਂ ਇਹ ਕਹਿਣਾ ਸ਼ਾਇਦ ਜ਼ਿਆਦਾ ਮੁਨਾਸਿਬ ਹੋਵੇਗਾ ਕਿ ਰਾਹੁਲ ਗਾਂਧੀ ਉਹਨਾਂ ਜੜ੍ਹਾਂ ਨੂੰ ਜ਼ਿਆਦਾ ਤਲਾਸ਼ ਰਹੇ ਨੇ ਜਿਹੜੀਆਂ ਉਹਨਾਂ ਨੂੰ ਲੱਗਦਾ ਜਵਾਹਰ ਲਾਲ ਨਹਿਰੂ ਨੇ ਲਾਈਆਂ ਸਨ। ਇਹਨਾਂ ਕੰਮਾਂ ਲਈ ਦਰਅਸਲ ਬਹੁਤ ਵੱਡੀ ਫੋਰਸ ਚਾਹੀਦੀ ਹੁੰਦੀ ਹੈ। ਉਹ ਆਪਣੇ ਆਲੇ ਦੁਆਲੇ ਉਸ ਕਿਸਮ ਦਾ ਜੁੱਟ ਖੜਾ ਕਰ ਪਾਣਗੇ, ਇੱਕ ਕ੍ਰਿਟੀਕਲ ਮਾਸ ਵਿਦਿਨ ਦਾ ਕਾਂਗਰਸ ਖੜਾ ਹੋ ਪਾਏਗਾ। ਫਿਰ ਜਿਹੜੀ ਦੇਸ਼ ਦੀ ਜਿਹੜੀ ਨਾਨ ਕਮਿਊਨਲ ਨਾਨ ਭਾਜਪਾ ਜਿਹੜੀ ਆਪੋਜੀਸ਼ਨ ਹੈ ਉਹਨੂੰ ਉਹ ਨਾਲ ਜੋੜ ਪਾਣਗੇ। ਇਹ ਸਾਰੇ ਕੰਮ ਕਰਨ ਲਈ ਉਹਨਾਂ ਕੋਲ ਵਿੰਡੋ ਕਿੰਨੀ ਕੁ ਹੈ ਜੀ, ਕੀ ਉਹਨਾਂ ਨੇ ਇਲੈਕਟੋਰਲ ਪ੍ਰੋਸਪੈਕਟਸ ਨੂੰ ਧਿਆਨ ਵਿੱਚ ਰੱਖਿਆ ਹੈ, ਤੇ ਇਹਨਾਂ ਕੰਮਾਂ ਨੂੰ ਉਹਨਾਂ ਨੇ ਪੀਕ ਤੇ 2024 ਤੱਕ ਲੈ ਕੇ ਜਾਣਾ ਹੈ। ਤੇ ਜੇ 2023 ਦੇ ਵਿੱਚ ਜਿਹੜੀਆਂ 9 ਸਟੇਟਾਂ ਦੇ ਵਿੱਚ ਇਲੈਕਸ਼ਨਾਂ ਆਉਣੀਆਂ ਨੇ, ਜੋ ਦੇ ਵਿੱਚ ਡਿਫਰੈਂਟ ਨਤੀਜੇ ਆਉਂਦੇ ਨੇ, ਤਾਂ ਫਿਰ ਉਹਨਾਂ ਨੇ ਕੀ ਦੁਬਾਰਾ ਤੋਂ ਪ੍ਰੈਗਮੈਟਿਕ ਹੋ ਜਾਣਾ। ਅਸੀਂ ਰਾਹੁਲ ਗਾਂਧੀ ਨੂੰ ਆਈਡੀਅਲਿਸਟ ਹੁੰਦਿਆਂ ਤੇ ਪ੍ਰੈਗਮੈਟਿਕ ਹੁੰਦਿਆਂ ਬਾਰ-ਬਾਰ ਸਵਿੰਗ ਕਰਦਿਆਂ ਦੇਖਦੇ ਆ ਰਹੇ ਹਾਂ, ਬਾਰ-ਬਾਰ ਉਹਨੂੰ ਸਵਿੰਗ ਕਰਦੇ ਦੇਖਦੇ ਆਉਂਦੇ ਆ ਹਮੀਰ ਭਾਜੀ। ਪਰ ਜਦੋਂ ਆਪਾਂ ਹੁਣ 2 ਦਿਨਾਂ ਤੋਂ ਆਪਾਂ ਦੇਖ ਵੀ ਰਹੀ ਸੀ ਉਹ ਯਾਤਰਾ ਨੂੰ ਬੜੇ ਨੇੜੇ ਤੋਂ, ਆਪਾਂ ਗੋਹ ਨਾਲ ਵਾਚਿਆ, ਮੈਂ ਉਹਦੇ ਵਿੱਚ ਦੇਖ ਰਿਹਾ ਕਿ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਟੀ-ਸ਼ਰਟ, ਕੀ ਇਹ ਟੀ-ਸ਼ਰਟ ਨਾਲ ਮੁੱਦਾ ਭਟਕਦਾ ਨਹੀਂ ਗਿਆ ਉਹਦੀ ਯਾਤਰਾ ਦਾ? ਜੋ ਏਜੰਡੇ ਲੈ ਕੇ ਤੁਰਿਆ ਹੋਏਗਾ ਕਿ ਉਹ ਏਜੰਡਿਆਂ ਨੂੰ ਅਚੀਵ ਕਰ ਰਿਹਾ, ਜਾਂ ਟੀ-ਸ਼ਰਟ ਲੈ ਕੇ ਇੱਕ ਮੁੱਦਾ ਬਣ ਕੇ ਰਹਿ ਗਈ ਹੈ? ਪਰ ਸਵਾਲ ਇਹ ਕਿ ਕਿਤੇ ਉਹ ਟੀ-ਸ਼ਰਟ ਦੀ ਆੜ ਦੇ ਵਿੱਚ ਮਹਾਤਮਾ ਗਾਂਧੀ ਤਾਂ ਨਹੀਂ ਬਣਨਾ ਚਾਹੁੰਦਾ, ਮਤਲਬ ਪਹਿਰਾਵੇ ਤੋਂ ਨਹੀਂ, ਕਿ ਉਹ ਸੋਚਦਾ ਹੋਵੇ ਕਿ ਹੁਣ ਮੈਂ ਉਸ ਭੂਮਿਕਾ 'ਚ ਆ ਜਾਵਾਂ ਕਿ ਮੈਂ ਅੱਗੇ ਕਹਾਂ ਕਿ ਹਾਂ ਪ੍ਰਧਾਨ ਮੰਤਰੀ ਇਹ ਬਣੂਗਾ, ਮੁੱਖ ਮੰਤਰੀ ਇਹ ਬਣੂਗਾ, ਚੋਣਾਂ ਇਹ ਲੜਨਗੇ। ਉਹ ਚੋਣ ਪ੍ਰਕਿਰਿਆ 'ਚ ਵੀ ਬਾਹਰ ਜਾਣ ਵਾਲਾ ਹੋ ਗਿਆ ਕਿ ਉਹਦਾ ਲੈਵਲ ਇਸ ਲੈਵਲ ਵੱਲ ਨੂੰ ਵਧ ਰਿਹਾ। ਨਹੀਂ, ਮੈਨੂੰ ਲੱਗਦਾ ਉਹ ਤਾਂ ਪ੍ਰਧਾਨ ਬਣ ਕੇ ਹਟੇ ਨੇ। ਮਹਾਤਮਾ ਗਾਂਧੀ ਨੇ ਤਾਂ ਸ਼ੁਰੂ ਤੋਂ ਇਸ ਲੈਵਲ ਦੀ ਲਾਈਨ ਨਹੀਂ ਤਾਂ ਹੀ ਅਡਾਪਟ ਕੀਤੀ। ਜੋ ਗਾਂਧੀ ਵਾਲੀ ਲਾਈਨ ਹੈ ਉਹ ਅਲੱਗ ਹੈ। ਗਾਂਧੀ ਜੋ ਮਰਜ਼ੀ ਹੈ, ਸਾਡਾ ਨੈਗੇਟਿਵ ਹੋਵੇ ਪੋਜ਼ਿਟਿਵ ਹੋਵੇ, ਬਹੁਤ ਸਾਰੇ ਪੰਜਾਬੀ ਹੋਵੇ, ਉਹ ਓਰੀਜਨਲ ਥਿੰਕਰ ਸੀ ਆਪਣੇ ਲੈਵਲ। ਬਿਲਕੁਲ, ਕਿ ਉਹ ਸਾਡੇ ਕੰਟਰੀ ਦੇ ਵਿੱਚ ਕੀ ਹੋਣਾ ਚਾਹੀਦਾ ਔਰ ਕਿਸ ਲੈਵਲ ਦਾ ਰਾਜ ਪ੍ਰਬੰਧ ਹੋਣਾ ਚਾਹੀਦਾ, ਉਹ ਚੰਗਾ ਹੈ ਮਾੜਾ ਹੈ, ਇਹ ਡਿਬੇਟ ਹੋ ਸਕਦੀ ਹੈ, ਉਹ ਅਲੱਗ ਟਾਈਪ ਦੀ ਗੱਲ ਹੈ।
ਹਰ ਸੋਭੇ ਤੇ ਉਹਨੇ ਲਿਖਿਆ, ਆਪਣੀ ਰਾਏ ਦਿੱਤੀ ਔਰ ਬੇਬਾਕੀ ਨਾਲ ਦਿੱਤੀ ਹੈ। ਮਤਲਬ ਇਹਦਾ ਨਾ ਦੇਖਦੇ ਹੋਏ ਕਿ ਜੀ ਇਹਦਾ ਮੈਨੂੰ ਫਾਇਦਾ ਹੋਏਗਾ, ਨੁਕਸਾਨ ਹੋਏਗਾ ਜਾਂ ਕਿੰਨਾ ਪੋਲੀਟੀਕਲ ਕਾਸਟ ਹੋਏਗੀ। ਪਰ ਸਵਾਲ ਇਹ ਹੈ ਕਿ ਜੇ ਰਾਹੁਲ ਗਾਂਧੀ ਮੈਨੂੰ ਲੱਗਦਾ ਇਹ ਟੀ-ਸ਼ਰਟ ਨਾ ਪਾਉਂਦੇ, ਉਹ ਆਮ ਆਦਮੀ ਉਹ ਬਣਨਾ ਚਾਹੁੰਦੇ ਨੇ ਬੇਸਿਕਲੀ ਤਾਂ, ਬਿਲਕੁਲ ਹੈ ਨਾ, ਕਿ ਤੁਸੀਂ ਯਾਤਰਾ ਦੇ ਵਿੱਚ ਤੇ ਉਹ ਕੱਲੀ ਟੀ-ਸ਼ਰਟ ਨਾਲ ਉਹ ਮੈਨੂੰ ਲੱਗਦਾ ਖਾਸ ਆਦਮੀ ਦੀ ਝਲਕ ਉਹਦੇ ਚੋਂ ਜ਼ਿਆਦਾ ਦਿਖਾਈ ਦਿੰਦੀ ਹੈ, ਇਹਦੀ ਬਜਾਏ ਕਿ ਆਮ ਆਦਮੀ ਦੀ ਬਜਾਏ। ਔਰ ਜਦੋਂ ਉਹਨਾਂ ਤੋਂ ਪੁੱਛਦੇ ਨੇ ਵੀ ਤੁਸੀਂ ਕਿਉਂ ਨਹੀਂ ਪਾਉਂਦੇ ਟੀ-ਸ਼ਰਟ, ਤਾਂ ਵੱਖ-ਵੱਖ ਵਿਆਖਿਆਵਾਂ ਦਿੰਦੇ ਹੋ। ਇਹਦਾ ਮਤਲਬ ਬਾਕੀ ਸਾਰੇ ਕਮਜ਼ੋਰ ਨੇ, ਜਿਨ੍ਹਾਂ ਨੂੰ ਠੰਡ ਲੱਗਦੀ ਹੈ, ਤੁਸੀਂ ਊਰਜਾਵਾਨ ਇਕੱਲੇ ਹੀ ਬੰਦੇ ਹੋ, ਤਾਂ ਖਾਸ ਆਦਮੀ ਹੋਗੇ ਜੇ ਤੁਸੀਂ ਇਸ ਲੈਵਲ ਦੀਆਂ ਚੀਜ਼ਾਂ ਇਹ ਗੱਲ ਕਰਨ ਦੀ ਕੋਈ। ਤੀਜਾ ਕੋਈ ਇਹ ਵੀ ਕਹਿ ਦਿੰਦਾ ਵੀ ਤੂੰ ਕੀ ਲੈਣਾ ਜੀ, ਜਿਹੜਾ ਮਰਜੀ ਕੋਈ ਕੱਪੜਾ ਪਾਵੇ, ਜਾਂ ਮਰਜੀ ਪਹਿਨੇ। ਪਰ ਸਾਡੇ ਸਮਾਜ 'ਚ ਨਾ ਇੱਕ ਅਖਾਣ ਹੈ, ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ। ਕਿਉਂਕਿ ਜਿਹੜੇ ਕਲਚਰ 'ਚ ਜੇ ਰਾਹੁਲ ਗਾਂਧੀ, ਰਵਨੀਤ ਬਿੱਟੂ ਜਦੋਂ ਲੁਧਿਆਣੇ ਲੈਕਚਰ ਕਰਦਾ, ਇਹ ਕਹਿੰਦਾ ਕਿ ਜਿੱਦਣ ਮੈਨੂੰ ਪ੍ਰਧਾਨ ਬਣਾਇਆ ਰਾਹੁਲ ਜੀ ਨੇ ਕਿਹਾ ਅੱਜ ਤੋਂ ਪੱਗ ਬੰਨਣੀ ਸ਼ੁਰੂ ਕਰ ਦੇ, ਪੱਗ ਤੋਂ ਬਿਨਾਂ ਨਹੀਂ ਰਹਿਣਾ, ਕਿਉਂਕਿ ਇਸ ਕਲਚਰ 'ਚ ਰਹਿਣਾ ਜਿਹੜੇ ਮਰਜੀ 'ਚ। ਹੁਣ ਵਾਲਾ ਪ੍ਰਧਾਨ ਜਦ ਤੁਸੀਂ ਉਸ ਕਲਚਰ ਦੇ ਵਿੱਚ ਮਤਲਬ ਬੰਦੇ ਨੂੰ ਕਹਿੰਦੇ ਹੋ, ਰਾਹੁਲ ਗਾਂਧੀ ਜੀ ਨੇ ਪ੍ਰੇਰਿਤ ਕੀਤਾ। ਮੈਂ ਇਸੇ ਲਈ ਬਣਨ ਲੱਗਿਆ ਨਾਲ ਇਹ ਕਹਿ ਰਿਹਾ। ਪਹਿਲੀ ਗੱਲ ਤਾਂ ਇਹ ਰਵਨੀਤ ਬਿੱਟੂ ਤੇ ਹੀ ਆਪਣੇ ਆਪ ਦੇ ਵਿੱਚ ਇਹ ਡਾਊਟ ਹੈ ਕਿ ਤੁਹਾਡਾ ਲੈਵਲ ਕੀ ਹੈ, ਤੁਸੀਂ ਜਿਹੜੇ ਕਲਚਰ 'ਚ ਰਹਿ ਰਹੇ ਹੋ। ਜੇ ਤੇਰੇ ਬਾਪ ਦਾਦੇ ਨੇ, ਜਿਹੜੇ ਚ ਤੇਰੇ ਬਾਪ ਦਾਦੇ ਨੇ, ਉਹਨਾਂ ਨੇ ਕਿਹੜਾ ਪੱਗ ਲਾਈ ਸੀ ਕਦੇ ਥੱਲੇ ਹੁੰਦੇ, ਤੇ ਤੂੰ ਉਹ ਕਰਦਾ, ਉਹ ਤੋਂ ਸਿੱਖਦਾ। ਪਰ ਇਹ ਤੋਂ ਅਗਲਾ ਸਵਾਲ ਇਹ ਹੈ ਕਿ ਜੇ ਰਾਹੁਲ ਗਾਂਧੀ ਇੰਨੇ ਸੰਵੇਦਨਸ਼ੀਲ ਵੱਖ-ਵੱਖ ਸੱਭਿਆਚਾਰਾਂ ਬਾਰੇ, ਵੱਖ-ਵੱਖ ਖੇਤਰਾਂ ਬਾਰੇ ਨੇ, ਤਾਂ ਇੱਕ ਦੇਸ਼ ਦੇ ਓਵਰਆਲ ਫਿਰ ਪਹਿਰਾਵੇ ਬਾਰੇ ਵੀ ਤਾਂ ਉਹਨਾਂ ਨੂੰ ਉਹੀ ਗੱਲ, ਹੁਣ ਇਹ ਅਲੱਗ ਗੱਲ ਹੈ ਕਿ ਆਉਂਦੇ ਇੱਥੋਂ ਵਾਲੀ ਜੈਕਟ ਪਾ ਲੈਂਦੇ, ਸਿਮਲੇ 'ਚ ਜਾ ਕੇ ਸਿਮਲੇ ਦੀ ਜੈਕਟ ਪਾ ਲੈਂਦੇ, ਕੋਈ ਹੋਰ ਸੀ, ਜਾਂ ਬਾਕੀ ਚੀਜ਼ਾਂ ਕਰ ਲੈਂਦੇ। ਉਹ ਇੱਕ ਅਲੱਗ ਟਾਈਪ ਦੇ ਪੋਲੀਟੀਸ਼ੀਅਨ ਕਰਦੇ ਵੀ ਰਹੇ ਨੇ, ਤੇ ਉਹ ਹੋਰ ਗੱਲ ਹੁੰਦੀ ਹੈ। ਪਰ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਹੈ ਕਿ ਐਵੇਂ ਲੱਗ ਰਿਹਾ ਕਿ ਜਿਵੇਂ ਜਿਹੜੇ ਦੇਸ਼ ਦੇ ਵਿੱਚ ਨਾ ਇੱਕ ਸ਼ੁਰੂ ਤੋਂ ਹੈ, ਬੀਜੇਪੀ ਜਿਹੜੀ ਪਾਰਟੀ ਕਹਿੰਦੀ ਹੈ ਕਿ ਅਸੀਂ ਆਈਡੀਓਲੋਜੀਕਲ ਪਾਰਟੀ ਹਾਂ, ਬਿਲਕੁਲ ਆਈਡੀਓਲੋਜੀਕਲ ਪਾਰਟੀ ਹੈ, ਤੇ ਆਈਡੀਓਲੋਜੀ ਤੇ ਕੰਮ ਕਰਦੀ ਹੈ, ਆਪਣਾ ਹਿੰਦੂਤਵ ਦਾ ਏਜੰਡੇ ਨੂੰ ਪੂਰਾ ਉਸ ਲੈਵਲ ਤੇ ਉੱਤੇ ਚੱਲਦੀ ਹੈ। ਔਰ ਦੂਜੀ ਗੱਲ ਹਾਲਾਂਕਿ ਉਹਦੇ 'ਚ ਵੀ ਬਬਲਿੰਗ ਇਹ ਹੈ ਕਿ ਉਹ ਇੱਕ ਪਾਸੇ ਸ਼ੁਰੂ ਤੋਂ ਲੈ ਕੇ ਆਪਦੇ ਸਵਦੇਸੀ ਵਪਾਰੀ ਦੇ ਨਾਲ ਰਹੀ ਹੈ, ਜਿਹਦੇ 'ਚ ਉਹਨਾਂ ਦਾ ਸਵਦੇਸੀ ਜਾਗਰਣ ਮੰਚ ਵੀ ਬਣਦਾ ਸੀ ਬਣਾਉਣਾ, ਪਰ ਉਹ ਟੋਟਲ ਕਾਰਪੋਰੇਟ ਦੇ ਤੇ ਚਲੀ ਗਈ ਹੈ। ਉਹਦੇ 'ਚ ਵੀ ਉਹਨੂੰ ਫਾਲਟ ਲਾਈਨ ਉਸ ਲੈਵਲ ਦੀ ਹੈ। ਪਰ ਨਾਲ ਦੀ ਨਾਲ ਉਹਦੇ 'ਚੋਂ ਵੀ ਇੱਕ ਸਿੰਗਲ ਲੀਡਰ ਉੱਭਰਦਾ ਦਿਖਾਈ ਦੇ ਰਿਹਾ, ਨਰਿੰਦਰ ਮੋਦੀ। ਪਾਰਟੀ ਨਹੀਂ, ਇਸ ਦੇਸ਼ ਦੇ ਵਿੱਚ ਜਿਹੜੀ ਇੱਕ ਬਾਈਨਰੀ ਖੜੀ ਕੀਤੀ ਗਈ ਸੀ, ਬੀਜੇਪੀ ਖੜੀ ਕਰਦੀ ਸੀ ਖਾਸ ਤੌਰ ਦੇ ਉੱਤੇ ਕਿ ਮੈਂ ਇਹਨੂੰ ਹਰਾਉਣਾ, ਮੈਂ ਮੋਦੀ ਵਰਸਸ ਰਾਹੁਲ ਬਣਾਉਣਾ ਹਮੇਸ਼ਾ ਹੀ। ਕਿਤੇ ਰਾਹੁਲ ਅਜੇ ਵੀ ਉਸੇ ਬਾਈਨਰੀ 'ਚ ਤਾਂ ਨਹੀਂ ਫਸ ਰਿਹਾ ਕਿ ਮੈਂ ਵੀ ਉਦੋਂ ਵੱਡਾ, ਮੈਂ ਫਿਗਰ ਦੇ ਤੌਰ ਤੇ ਜਾ ਰਿਹਾ, ਜਦ ਕਿ ਇੱਕ ਪਰਸਨੈਲਿਟੀ ਜੋ ਕਹਿੰਦਾ ਹੈ, ਤਾਂ ਉਹਦੇ ਸਾਹਮਣੇ ਜੇ ਇੱਥੋਂ ਦੇ ਕਲਚਰ ਮੁਤਾਬਕ, ਇੱਥੋਂ ਦੇ ਦੇਸ਼ ਮੁਤਾਬਕ, ਇੱਥੋਂ ਦੇ ਸੱਭਿਆਚਾਰਾਂ ਮੁਤਾਬਕ ਹੈ, ਤਾਂ ਮਲਟੀਪਲ ਰਾਹੁਲ ਤੇ ਮਲਟੀਪਲ ਮੋਦੀ ਦਿਖਾਈ ਦਿੰਦੇ ਚਾਹੀਦੇ ਨੇ ਨਾ, ਵੱਖ-ਵੱਖ ਥਾਵਾਂ ਤੇ ਜਿਹੜੇ ਖੜੇ ਹੋਏ ਵੱਖ-ਵੱਖ ਮਾਮਲਿਆਂ 'ਚ। ਜੇ ਇੱਥੇ ਸਿੱਖ ਲੜ ਰਿਹਾ, ਉੱਥੇ ਮਰਾਠਾ ਲੜ ਰਿਹਾ, ਕਿਤੇ ਕੋਈ ਰਾਜਪੂਤ ਲੜ ਰਿਹਾ, ਕਿਤੇ ਕੋਈ ਵੱਖ-ਵੱਖ ਟਾਈਪ ਦੇ ਹੋਰ ਲੀਡਰ ਲੜ ਰਹੇ ਸੀ ਨਾ, ਜਿਹੜੀਆਂ ਵੱਖ-ਵੱਖ ਜੇ ਆਜ਼ਾਦੀ ਦੀ ਮੂਵਮੈਂਟ ਤੋਂ ਲੈ ਕੇ ਉਦੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ। ਤਾਂ ਉਹ ਝਲਕਾਰਾ ਉਸ ਕਲਚਰ ਦਾ, ਉਸ ਦੇਸ਼ ਦੀ ਫ੍ਰੈਗਰੈਂਸ ਆਫ ਸੋਇਲ ਜਿਹੜੀ ਆਪਾਂ ਗੱਲ ਕਰਦੇ ਆ ਕਿ ਉਹਦੀ ਖੁਸ਼ਬੂ ਜਿਹੜੀ ਉਹਦੇ ਵੱਖ-ਵੱਖ ਸੱਭਿਆਚਾਰਾਂ ਦੀ, ਉਹਦੇ ਮਿੱਟੀ ਦੀ, ਉਹ ਜਦੋਂ ਦਿਖਾਈ ਨਹੀਂ ਦਿੰਦੀ ਤਾਂ ਲਾਜ਼ਮੀ ਇਸ ਲੈਵਲ ਤੇ ਚਲਾ ਜਾਂਦਾ। ਫਿਰ ਕੀ ਇਹ ਨਰੋਲ ਪੋਲਿਟਿਕਸ ਹੋਏਗੀ? ਮਤਲਬ ਇਹ ਗੱਲ ਆਮ ਕਹੀ ਜਾਂਦੀ ਹੈ, ਡਾਕਟਰ ਅੰਬੇਦਕਰ ਨੇ ਤਾਂ ਬੜੀ ਵਾਰ ਕਿਹਾ ਕੋਈ ਕੱਲੀ ਖੁਸ਼ਕ ਪੋਲਿਟਿਕਸ ਆਪਣੇ ਆਪ 'ਚ ਕੋਈ ਤਬਦੀਲੀ ਨਹੀਂ ਲਿਆਉਂਦੀ, ਕੁਝ ਨਹੀਂ। ਜੇ ਸਮਾਜਿਕ ਮੂਵਮੈਂਟ ਆ ਜਿਹੜੀਆਂ, ਸਮਾਜ ਕਾਹਦੇ ਤੋਂ ਬਣਦਾ? ਸਮਾਜ ਡਿਫਰੈਂਟ ਸੱਭਿਆਚਾਰਾਂ ਤੋਂ, ਬੋਲੀਆਂ ਤੋਂ, ਵੱਖ-ਵੱਖ ਉਹਨਾਂ ਤੋਂ ਬਣਦਾ। ਉਹ ਜਿਹੜੀਆਂ ਮੂਵਮੈਂਟਾਂ ਹੁੰਦੀਆਂ ਨੇ, ਉਹ ਪੋਲਿਟਿਕਸ ਦਾ ਧਰਾਤਲ ਬਣਦੀਆਂ ਨੇ, ਉਹੀ ਜੀ ਪੋਲਿਟਿਕਸ ਦਾ ਜਿਹੋ ਜੀ ਤੁਸੀਂ ਕਰਨਾ ਚਾਹੁੰਦੇ ਹੋ, ਮਤਲਬ ਕਿਸੇ ਸੂਬੇ ਜਾਂ ਬਾਕੀ ਦੇ ਵਿੱਚ। ਤਾਂ ਉਹ ਮੂਵਮੈਂਟ ਕਿੱਥੇ ਹੈ, ਔਰ ਉਹਨੂੰ ਕਿੰਨਾ ਕੋਆਰਡੀਨੇਟ ਕਰ ਰਹੇ ਹੋ, ਕਿੰਨੀ ਮਾਨਤਾ ਦੇ ਰਹੇ ਹੋ, ਕਿੰਨੀ ਤਵੱਜੋ ਦੇ ਰਹੇ ਹੋ, ਕਿ ਉਹ ਬੰਦੇ ਕਿਸ ਲੈਵਲ ਦੇ ਨੇ ਜਿਹੜੇ ਇਲੈਕਟੋਰਲ ਪੋਲਿਟਿਕਸ ਨਹੀਂ ਹੈ, ਉਹਦੇ 'ਚ ਨਹੀਂ ਆ ਰਹੇ, ਪਰ ਉਹ ਫਿਰ ਵੀ ਆਪਣਾ ਇੱਕ ਕੰਮ ਕਰਨ। ਪੋਲਿਟਿਕਸ ਕੇਵਲ ਇਲੈਕਟੋਰਲ ਪੋਲਿਟਿਕਸ ਨਹੀਂ ਹੈ, ਬਿਲਕੁਲ ਐਕਚੁਅਲੀ ਬੇਸਿਕ ਪੋਲਿਟਿਕਸ ਉਹ ਹੋ ਰਹੀ ਹੈ ਜਿਹੜੀ ਪੋਲਿਟਿਕਸ ਕਰੀ ਵੀ ਕਿਸੇ ਨੂੰ ਸੱਤਾ ਤਾਂ ਦੇ ਰਹੀ ਹੈ, ਪਰ ਉਹਦੇ ਨਕੇਲ ਰੱਖਣਾ ਚਾਹੁੰਦੀ ਹੈ, ਸਮਾਜ ਨੂੰ ਬਣਾਉਣਾ ਚਾਹੁੰਦੀ ਹੈ। ਬਹੁਤ ਸਮੇਂ ਤੋਂ ਕਾਂਗਰਸ ਦਰਅਸਲ ਪੋਲਿਟਿਕਸ ਕਰ ਨਹੀਂ ਸੀ ਰਹੀ। ਰਾਹੁਲ ਗਾਂਧੀ ਜੋ ਕਰ ਰਿਹਾ ਇਸ ਨੂੰ ਰਾਜਨੀਤੀ ਕਹਿੰਦੇ ਨੇ, ਇਹ ਚੰਗੀ ਗੱਲ ਹੈ। ਸਾਡੀਆਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦਰਅਸਲ ਰਾਜਨੀਤੀ ਤੋਂ ਭਗੌੜੀਆਂ ਹੋਈਆਂ ਨੇ, ਉਹ ਸੌਦੇਬਾਜ਼ੀਆਂ ਦੇ ਵਿੱਚ, ਸੱਤਾ ਦੀ ਖੇਡ ਦੇ ਵਿੱਚ ਨੇ, ਰਾਜਨੀਤੀ ਦੇ ਵਿੱਚੋਂ ਨਹੀਂ ਹੈਗੀਆਂ। ਆਮ ਲੋਕਾਂ ਨੂੰ ਵੀ ਇੰਜ ਲੱਗਣ ਲੱਗ ਪਿਆ ਵੀ ਜੇ ਤੁਸੀਂ ਕੋਈ ਟਿਕਟ ਲੈ ਕੇ ਤੇ ਇਲੈਕਸ਼ਨਾਂ ਵਿੱਚ ਖੜੇ ਹੋਵੋ ਤਾਂ ਤੁਸੀਂ ਰਾਜਨੀਤੀ ਵਿੱਚ ਹੋ। ਮੈਂ ਲੋਕਾਂ ਨੂੰ, ਹਮੀਰ ਜੀ ਨੂੰ ਪੁੱਛਦਿਆਂ ਦੇਖਿਆ ਕਿ ਤੁਸੀਂ ਜੀ ਪੋਲਿਟਿਕਸ ਵਿੱਚ ਕਿਉਂ ਨਹੀਂ ਆ ਜਾਂਦੇ। ਮਤਲਬ ਮੈਨੂੰ ਲੱਗਦਾ ਮੈਂ ਉਹਨਾਂ ਨੂੰ ਪਾਰਕਿੰਗ 'ਚ ਜਾ ਕੇ ਦੁਬਾਰਾ ਘੇਰਾਂ ਤੇ ਕਹਾਂ ਭਾਈ ਕਿਉਂ ਪੁੱਛ ਰਹੇ ਸੀ, ਉਹ ਬੰਦਾ 20 ਸਾਲ ਤੋਂ ਪੋਲਿਟਿਕਸ ਵਿੱਚ ਹੈ, ਤੁਸੀਂ ਕਿਉਂ ਮਤਲਬ ਤੁਸੀਂ ਸਵਾਲ ਪੁੱਛ ਰਹੇ ਹੋ। ਜਿਹੜੇ ਮਾਂ-ਬਾਪ ਸਕੂਲ ਦੀ ਪੀਟੀਏ ਮੀਟਿੰਗ ਵਿੱਚ ਜਾਂਦੇ ਨੇ ਤੇ ਪੁੱਛਦੇ ਨੇ ਕਿ ਬੱਚਿਆਂ ਤੇ ਟੀਚਰਸ ਦੀ ਰੇਸ਼ੋ ਕੀ ਹੈ,
ਬੱਚਿਆਂ ਲਈ ਪੀਣ ਵਾਲੇ ਚੰਗੇ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੈਗਾ, ਕਮਿਊਨਿਟੀ ਦੇ ਨਾਲ ਬੱਚਿਆਂ ਦਾ ਜੋੜ ਕਿਸ ਕਿਸਮ ਦਾ, ਬੱਚਿਆਂ ਨੂੰ ਜੋ ਪੜਾਇਆ ਜਾ ਰਿਹਾ ਉਹਦੇ ਸੋਸ਼ੀਓ ਕਲਚਰਲ ਇੰਪੈਕਟ ਕੀ ਨਿਕਲ ਰਹੇ ਨੇ, ਉਹ ਰਾਜਨੀਤੀ ਕਰ ਰਿਹਾ, ਉਹ ਪੋਲੀਟੀਕਲ ਕੁਐਸਚਨ ਕਰ ਰਿਹਾ। ਸਾਨੂੰ ਪੋਲੀਟੀਕਲ ਕੁਐਸਚਨ ਕਰਨ ਦੀ ਬਹੁਤ ਜ਼ਰੂਰਤ ਹੈ। ਇੱਕ ਬਹੁਤ ਪਿਆਰੀ ਗੱਲ ਅਮੀਰ ਜੀ ਨੇ ਕੀਤੀ, ਜਿਹੜੀ ਗਾਂਧੀ ਬਾਰੇ ਤੁਸੀਂ ਗੱਲ ਕੀਤੀ ਹੈ, ਪੰਜਾਬੀਆਂ ਤੇ ਗਾਂਧੀ ਬਾਰੇ, ਮੈਨੂੰ ਲੱਗਦਾ ਇਸ ਗੱਲ ਨੂੰ ਕਿਸੇ ਦਿਨ ਨਾ ਤੁਸੀਂ ਇਹਦੇ ਤੇ ਪੂਰਾ ਇੱਕ ਡਿਬੇਟ ਰੱਖੋ। ਪੰਜਾਬੀਆਂ ਨੂੰ ਦਰਅਸਲ ਜੇ ਗਾਂਧੀ ਚੰਗਾ ਲੱਗਦਾ ਤਾਂ ਵੀ, ਤੇ ਗਾਂਧੀ ਨਾਲ ਬਹੁਤ ਪ੍ਰੋਬਲਮ ਹੈ ਤਾਂ ਵੀ, ਗਾਂਧੀ ਨਾਲ ਇੱਕ ਵਾਰੀ ਫਿਰ ਤੋਂ ਇੰਗੇਜ ਕਰਨ ਦੀ ਲੋੜ ਹੈ, ਇੱਕ ਵਾਰੀ ਗਾਂਧੀ ਨੂੰ ਪੜ੍ਹਨ ਦੀ ਲੋੜ ਹੈ। ਅਸੀਂ ਜਿਹੜਾ ਚਾਰ ਟੁਟਕਿਆਂ ਦੇ ਵਿੱਚ ਗਾਂਧੀ ਨੂੰ ਸਮਝ ਕੇ ਤੇ ਹਰੇਕ ਗੱਲ ਦੇ ਉੱਤੇ ਆਪਣਾ ਇੱਕ ਫਤਵਾ ਜਾਰੀ ਕਰ ਦਿੰਦੇ ਆ, ਉਹ ਬਹੁਤ ਪ੍ਰੋਬਲਮੈਟਿਕ ਹੈ। ਸਾਨੂੰ ਉਸ ਤੋਂ ਬਚਣ ਦੀ ਲੋੜ ਹੈ। ਦੂਸਰਾ, ਜਸਟ ਫॉर ਅ ਮੋਮੈਂਟ ਬਿਫੋਰ ਆਈ ਟੇਕ ਯਰ ਕੁਐਸਚਨ, ਰਾਹੁਲ ਗਾਂਧੀ ਜਿਹੜਾ ਯਾਤਰਾ ਕਰ ਰਿਹਾ, ਇਹਨਾਂ ਯਾਤਰਾਵਾਂ ਦਾ ਪਿਤਾਮਾ ਹਿੰਦੁਸਤਾਨ ਵਿੱਚ ਕੌਣ ਹੈ? ਉਹ ਤਾਂ ਗਾਂਧੀ ਹੈ ਨਾ। ਰੇਬੇਕਾ ਸੋਲਨਿਟ ਦੀ ਬੜੀ ਪਿਆਰੀ ਕਿਤਾਬ ਹੈ ਦਾ ਹਿਸਟਰੀ ਆਫ ਵਾਕਿੰਗ, ਤੁਰਨ ਬਾਰੇ, ਯਾਤਰਾ ਬਾਰੇ, ਯਾਤਰਾ ਦਾ ਇਤਿਹਾਸ। ਉਹਨੇ ਯਾਤਰਾ ਨੂੰ ਡਿਫਾਈਨ ਬਹੁਤ ਪਿਆਰਾ ਕੀਤਾ ਕਿ ਚੱਲਣਾ ਹੁੰਦਾ ਕੀ ਆ। ਉਹ ਕਹਿੰਦੀ ਇੱਕ ਕਦਮ ਤੁਸੀਂ ਥੱਲੇ ਰੱਖਦੇ ਹੋ, ਦੂਸਰਾ ਅੱਗੇ ਰੱਖਦੇ ਹੋ, ਫਿਰ ਪਹਿਲੇ ਕਦਮ ਨਾਲ ਇਸ ਧਰਤੀ ਮਾਂ ਨੂੰ, ਇਸ ਗ੍ਰਹਿ ਨੂੰ, ਇਸ ਪੂਰੇ ਪਲੈਨਟ ਨੂੰ ਪਿੱਛੇ ਤੱਕਦੇ ਹੋ, ਫਿਰ ਧਰਤੀ ਤੁਹਾਨੂੰ ਅੱਗੇ ਤੱਕਦੀ ਹੈ। ਇਹ ਬੜਾ ਵੱਡਾ ਮਿਸ਼ਨ ਹੁੰਦਾ ਹੈ। ਘਰੋਂ ਯਾਤਰਾ ਕਰਨ ਤੁਰਨਾ, ਤੁਸੀਂ ਵਰਚੁਅਲੀ ਬ੍ਰਹਿਮੰਡੀ ਪਾਵਰ ਦੇ ਅਗੇਂਸਟ ਖੜ ਰਹੇ ਹੋ। ਜੇ ਰਾਹੁਲ ਗਾਂਧੀ ਆਪਣੇ ਇਸ ਮਿਸ਼ਨ ਦੀ ਗ੍ਰੈਵਿਟੀ ਨੂੰ ਸਮਝਣਗੇ ਤਾਂ ਫਿਰ ਅਸੀਂ ਇਹ ਉਮੀਦ ਕਰਾਂਗੇ ਕਿ ਇਸ ਕਿਸਮ ਦੀ ਯਾਤਰਾ ਜਿਹੜੀ ਤੁਹਾਡੇ ਮਨ ਦੇ ਅੰਦਰ, ਅੰਦਰੂਨ ਦੀ ਤੇ ਬਾਹਰ ਦੀ ਲੋਕਾਂ ਦੇ ਨਾਲ ਜੁੜਨ ਦੀ ਯਾਤਰਾ ਹੋਵੇਗੀ। ਇਹ ਬਿਯੋਂਡ 2024 ਸੋਚੇਗੀ, ਇਹ 2024 ਦੇ ਦੰਗਲ ਦੇ ਬਿਯੋਂਡ ਸੋਚੇਗੀ, ਫਿਰ ਇਹ ਦੇਸ਼ ਦੇ ਵਿੱਚ ਰਾਜਨੀਤਿਕ ਧਰਾਤਲ ਨੂੰ ਬਦਲਣ ਬਾਰੇ ਹੋਵੇਗੀ। ਭਾਜੀ ਇਹ ਯਾਤਰਾ ਕਹਿੰਦੇ ਇੱਕ ਮਿਸ਼ਨ ਵਾਂਗ ਹੈ, ਪਰ ਇਹ ਕਹਿੰਦੇ ਕਿ ਨਾਲ ਦੀ ਨਾਲ ਇਹ ਰਾਜਨੀਤੀ ਵੀ ਹੈ। ਪਰ ਕੀ ਪੰਜਾਬ ਦੀ ਕਾਂਗਰਸ ਸੱਚਮੁੱਚ ਰਾਜਨੀਤੀ 'ਚ ਵਾਪਸ ਪਰਤ ਰਹੀ ਹੈ, ਜਾਂ ਉਹ ਅਜੇ ਵੀ ਆਪਣੇ ਹੀ ਘਰ ਦੀ ਰਾਜਨੀਤੀ 'ਚ ਉਲਝ ਕੇ ਰਹਿ ਗਈ ਹੈ? ਲੱਭੀ ਨਹੀਂ ਪੂਰੀ ਕਾਂਗਰਸ ਇਹ ਸਾਰੀ ਯਾਤਰਾ। ਕੋਈ 1000 ਕਿਲੋਮੀਟਰ ਦੀ ਯਾਤਰਾ ਤੇ ਜਾ ਰਿਹਾ ਤਾਂ ਨਹੀਂ, ਪੰਜਾਬ ਚੋਂ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ 117 ਚ ਹੈ ਜਿਹੜਾ ਸਾਡੇ ਉੱਥੋਂ ਹੀ ਤੁਰ ਕੇ ਆਇਆ ਹੈ ਨਾ। ਗੱਲ ਤਾਂ ਉੱਥੇ ਤੁਰ ਕੇ ਆ ਜਾਂਦੇ, ਉੱਥੇ ਤੁਰ ਕੇ ਆ ਜਾਂਦਾ, ਸਾਰਾ ਕੈਂਡੀਡੇਟ ਤੁਰ ਕੇ ਆ ਜਾਂਦਾ, ਯਾਤਰਾਵਾਂ ਦਾ ਹਰ ਆ ਜਾਂਦਾ, ਉਹਦੇ ਨਾਲ ਯਾਤਰਾ ਕਿੰਨੀ ਹੋ ਜਾਂਦੀ ਹੈ। ਬਿਲਕੁਲ। ਇੱਥੇ ਵੀ ਜੇ ਦੁਆਬੇ ਚ ਚਲੀ ਗਈ, ਦੁਆਬਿਆਂ ਨੇ 4 ਆ ਗਏ, ਜੇ ਬਾਕੀ ਜਗ੍ਹਾ ਚਲੇ ਗਏ ਉਹਦਾ ਮਤਲਬ ਇਹ ਹੈ ਕਿ ਜੇ ਤਾਂ ਸਾਨੂੰ ਰਾਹੁਲ ਗਾਂਧੀ ਵਾਲੀ ਡੀਚ ਤੋੜੋਗੇ, ਜਿੱਥੇ ਸਾਡੀ ਫੋਟੋ ਆਏਗੀ, ਰਾਹੁਲ ਗਾਂਧੀ ਨੂੰ ਵੀ ਲੱਗੇਗਾ ਮੇਰੇ ਨਾਲ ਉਹਨਾਂ ਸਮਾਂ ਆਵਾਂਗੇ। ਆਪਾਂ ਕਿੰਨੇ ਕਰਦੇ ਦੇਖੇ ਨੇ, ਜਦ ਡੀ ਚੋਂ ਨਿਕਲੇ ਗੱਡੀ ਲਈ ਵਾਪਸ, ਤੁਸੀਂ ਜਾ ਕੇ ਆਏ, ਦੇਖ ਕੇ ਆਏ ਜਿੰਨੇ ਵੀ ਬੰਦੇ, ਔਰ ਜਿਸ ਲੈਵਲ ਦੀ ਇਹ ਗੱਲਾਂ ਨੇ, ਮਤਲਬ ਹਾਜ਼ਰੀ ਲਵਾ ਰਹੇ ਆ ਅਸੀਂ, ਕੋਈ ਕਮਿਟਮੈਂਟ ਜਾਂ ਹੋਰ ਫੋਟੋ। ਔਰ ਜਾਂ ਤਾਂ ਇੱਕ ਗੱਲ ਇਹ ਵੀ ਹੈ ਮੇਰਾ ਖਿਆਲ, ਕੱਲਾ ਇਹਨਾਂ ਬੰਦਿਆਂ ਦਾ ਵੀ ਨੇ, ਯਾਤਰਾ ਲਈ ਜਿਹੜੀ ਤਿਆਰੀ ਦੀ ਲੋੜ ਹੁੰਦੀ ਹੈ ਨਾ, ਤਿਆਰੀ ਰਾਹੁਲ ਗਾਂਧੀ ਦੇ ਰੂਟ ਬਣਾ ਲਿਆ, ਬਾਕੀ ਲੌਜਿਸਟਿਕਸ ਨਹੀਂ, ਅੰਦਰ ਦੀ ਜਿਹੜੇ ਉਦੋਂ ਪਹਿਲਾਂ ਯਾਤਰਾ ਦੀ ਇੱਕ ਮਾਨਸਿਕ ਤਿਆਰੀ ਕਰਨੀ ਹੁੰਦੀ ਹੈ ਵੀ ਇਹਦਾ ਮਨ ਜਚਾਉਣਾ ਹੁੰਦਾ ਕਿ ਇਹਦਾ ਮੋਟਿਵ ਕੀ ਹੈ, ਇਹ ਕਿਉਂ ਕਰਨਾ ਹੈ, ਅਸੀਂ ਕਿਸ ਲੈਵਲ ਦੀ ਗੱਲ ਹੈ, ਉਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਹੈ ਮਿਸ ਕਰ ਰਹੀਆਂ। ਮੈਂ ਤਾਂ ਇੱਥੇ ਮੀਟਿੰਗਾਂ ਨਹੀਂ, ਮੈਂ ਪ੍ਰਬੰਧ ਵਾਲੀਆਂ ਮੀਟਿੰਗਾਂ ਹੁੰਦੀਆਂ ਦੇਖੀਆਂ ਨੇ, ਕਦੋਂ ਵੀ ਆਪਾਂ ਸਰਕਾਰ ਕੋਲ ਚੱਲੀਏ ਜੀ, ਉੱਥੇ ਪੁਲਿਸ ਦਾ ਪ੍ਰਬੰਧ ਕਰ ਦਿਓ, ਬਾਕੀ ਪ੍ਰਬੰਧ ਕਰ ਦਿਓ, ਜੇ ਉਹ। ਔਰ ਇਸ ਯਾਤਰਾ ਦੇ ਨਾਲ ਇੱਕ ਗੱਲ ਪੋਜ਼ਿਟਿਵ ਇਹ ਹੋਈ ਹੈ, ਜੇ ਯਾਤਰਾ ਹੋਈ ਤਾਂ ਚਰਚਾ ਹੋਣੀ, ਚਰਚਾ ਸ਼ੁਰੂ ਹੋ ਗਈ। ਦੂਜੀ ਇਹ ਚਰਚਾ ਕਿ ਇਹਨੇ ਨੈਰੇਟਿਵ ਇੱਕ ਬਾਵਜੂਦ ਇਹਦੇ ਕਿ ਸੋ ਕਾਲਡ ਨੈਸ਼ਨਲ ਮੀਡੀਆ ਜਿਹੜਾ ਹੈ ਬਿਲਕੁਲ ਹੀ ਬਾਈਪਾਸ ਕਰਤੇ, ਉਹਨੂੰ ਕੁਐਸਚਨ ਕੀਤਾ ਟੋਟਲੀ, ਕਿ ਜਿਹੜਾ ਕਾਰਪੋਰੇਟ ਕੰਟਰੋਲਡ ਮੀਡੀਆ ਹੈ ਉਸ ਪੱਧਰ ਦਾ ਜਿਹੜਾ ਵਨ ਸਾਈਡਡ ਹੈ, ਉਹਨੂੰ ਚੈਲੰਜ ਕਰਕੇ ਅੱਗੇ ਵਧਿਆ ਜਾ ਸਕਦਾ। ਇਹ ਉਮੀਦ ਵੀ ਦਿੱਤੀ, ਔਰ ਇਹ ਕਿਸਾਨ ਅੰਦੋਲਨ ਨੇ ਵੀ ਦਿੱਤੀ ਸੀ ਕਿ ਅਸੀਂ ਆਪਣਾ ਨੈਰੇਟਿਵ ਸਿਰਜ ਲਾਂਗੇ, ਕੋਈ ਗੱਲ ਨਹੀਂ ਜੇ ਤੁਸੀਂ ਸਾਡੇ ਨਾਲ ਵੀ ਨਹੀਂ। ਅਜੇ ਤੱਕ ਵੀਰ ਜੀ ਪ੍ਰਧਾਨ ਮੰਤਰੀ ਮੋਦੀ ਨੇ ਜਾਂ ਆਰਐਸਐਸ ਨੇ ਯਾਤਰਾ ਨੂੰ ਕ੍ਰਿਟਿਸਾਈਜ਼ ਨਹੀਂ ਕੀਤਾ ਕਦੇ। ਉਹ ਇਧਰੋਂ ਉਧਰੋਂ ਹੋ ਰਹੇ ਨੇ, ਮਤਲਬ ਵੀ ਕਿਤੇ ਕਿਸੇ ਇੱਕ ਪੁਆਇੰਟ ਤੇ ਕਿਤੇ ਯਾਤਰਾ ਦੇ ਕਨਸੈਪਟ ਤੇ ਇੰਪੈਕਟ ਪੈ ਰਿਹਾ, ਔਰ ਇਹਦਾ ਇੰਪੈਕਟ ਦਿਖਾਈ ਦੇ ਰਿਹਾ ਜਿੰਨੇ ਲੋਕ ਆ ਰਹੇ ਨੇ। ਇਹਦਾ ਮਤਲਬ ਇਹਦੇ ਤੋਂ ਦਿਖਾਈ ਦਿੰਦਾ ਕਿ ਪੂਰਾ ਦੇਸ਼ ਕਿਵੇਂ ਲੀਡਰਲੈਸ ਹੈ। ਜਦ ਇੱਕ ਲੀਡਰ ਚਾਹੇ ਛੋਟੀ ਜਿਹੀ ਗੱਲ ਨੂੰ ਲੈ ਕੇ ਲੋਕਾਂ 'ਚ ਚੱਲਦਾ ਹੈ ਤਾਂ ਲੋਕ ਕਿੰਨੇ ਨਾਲ ਆਉਂਦੇ ਨੇ, ਚਾਹੇ ਹਾਲੇ ਬਹੁਤ ਨੁਕਸ ਨੇ, ਬਹੁਤ ਗੱਲਾਂ ਜਿਵੇਂ ਆਪਾਂ ਕੀਤੀਆਂ ਵੀ ਨੇ, ਅਜੇ ਬਹੁਤ ਚੀਜ਼ਾਂ ਕਰਨ ਵਾਲੀਆਂ ਨੇ ਬੜੇ ਵੱਡੇ ਪੱਧਰ ਦੇ ਉੱਤੇ, ਪਰ ਜਦ ਇੱਕ ਮਨ ਮੋੜ ਕੇ ਨਿਕਲਿਆ, ਇਦੋਂ ਪਹਿਲੇ ਸਾਡੀ ਪੋਲਿਟਿਕਸ ਨਾ ਬਿਲਕੁਲ ਖਲਾਸ ਸੀ। ਅਖਬਾਰ 'ਚ ਬਿਆਨ ਛਪਾ ਦੋ, ਟੀਵੀ ਤੇ ਗੱਲ ਕਰ ਦੋ, ਉਹਦੇ ਸਪੋਕਸਪਰਸਨ ਕਰਨਗੇ, ਚੋਣ ਆ ਗਈ, ਚੋਣ ਤੋਂ ਬਾਅਦ ਚੋਣ ਦੀ ਸੋਚੋ। ਹੁਣ ਜਿਵੇਂ ਇਹਨਾਂ ਰਾਜਾਂ ਦੀਆਂ ਆਈਆਂ ਸੀ, ਗੁਜਰਾਤ ਤੋਂ ਬਾਅਦ ਕਹਿਣ ਲੱਗ ਗਏ ਹੁਣ 24 ਚ ਕੀ ਬਣੂਗਾ, 24 ਤੋਂ ਬਾਅਦ ਜਦੇ ਕਹਿਣ ਲੱਗ ਜਾਂਦੇ ਆ ਹੁਣ 27 ਚ ਕੀ ਬਣੂਗਾ। ਮਤਲਬ ਇਹ ਜਿਹੜੀਆਂ ਚੀਜ਼ਾਂ ਨੇ
ਇਹਦਾ ਮਤਲਬ ਇਹ ਹੈ ਕਿ ਪੋਲਿਟਿਕਸ ਹਰ ਰੋਜ਼ ਦੀ ਨਿਤ ਦਿਨ ਦੀ ਹੁੰਦੀ ਹੈ, ਉਹਦੇ ਤੇ ਤੁਹਾਨੂੰ ਚਰਚਾ ਕਰਨੀ ਪੈਂਦੀ ਹੈ, ਉਹਦੇ ਦੌਰਾਨ ਵੋਟਾਂ ਵੀ ਆਉਂਦੀਆਂ ਨੇ, ਠੀਕ ਹੈ, ਵੋਟਾਂ ਲਈ ਵੀ ਚਰਚਾ ਕਰਨੀ ਪ੍ਰੈਸ ਰਿਲੀਜ਼, ਟਵੀਟ ਤੇ ਫਲੈਕਸ ਤੋਂ ਅੱਗੇ ਦੀ ਜਿਹੜੀ ਰਾਜਨੀਤੀ ਸੀ ਨਾ, ਸੁਖਪਾਲ ਖਹਿਰਾ ਕਹਿੰਦੇ ਹੁੰਦੇ ਨੇ ਵੀ ਸਾਡਾ ਜਿਹੜਾ ਪੋਲੀਟੀਸ਼ੀਅਨ ਉਹ ਬਸ MBA ਕਰੀ ਫਿਰਦਾ ਹੈ, ਮੈਰਿਜ ਭੋਗ ਅਖੰਡ ਪਾਠ, ਉਹਦੀ ਰਾਜਨੀਤੀ ਇੱਥੋਂ ਤੱਕ ਲਿਮਟਿਡ ਹੈ। ਇਹ ਪੋਲਿਟਿਕਸ ਹੈ, ਲੋਕਾਂ ਵਿੱਚ ਜਾਣਾ, ਗੱਲ ਕਰਨਾ, ਲੋਕਾਂ ਨਾਲ ਸੰਵਾਦ ਕਰਨਾ। ਇਹ ਜੇਕਰ ਇਹ ਵਰਤਾਰਾ ਵੀ ਕੰਟੀਨਿਊ ਰਹਿੰਦਾ ਤਾਂ ਲੋਕ ਬਹੁਤ ਕੁਝ ਤੁਹਾਨੂੰ ਸਿਖਾ ਦਿੰਦੇ ਨੇ ਬਿਨਾਂ ਕਹੇ ਵੀ। ਤੁਸੀਂ ਨਾ ਸੁਣਨਾ ਚਾਹੋ ਤਾਂ ਵੀ ਸੁਣਨਾ ਪੈਂਦਾ, ਆਲੇ ਦੁਆਲੇ ਤੁਹਾਨੂੰ ਤੁਹਾਡੀ ਗੱਲ ਉਹ ਪਰਿਵਰਤਨ ਆਉਂਦਾ ਹੈ ਉਹਦੇ ਵਿੱਚ। ਔਰ ਇਸੇ ਕਰਕੇ ਇਹ ਹੈ ਕਿ ਜਿਵੇਂ ਪੰਜਾਬ ਵਰਗਾ ਸੂਬਾ ਹੈ, ਪਰ ਪੰਜਾਬ ਦੇ ਜਿੰਨੇ ਜ਼ਿਆਦਾ, ਮੈਨੂੰ ਨਹੀਂ ਲੱਗਦਾ ਪੰਜਾਬ ਦੇ ਕਾਂਗਰਸੀ ਰਾਹੁਲ ਗਾਂਧੀ ਨੂੰ ਇਹ ਦੱਸ ਰਹੇ ਨੇ, ਅੱਜ ਤੱਕ ਉਹਦੇ ਬਿਆਨ ਚੋਂ ਨਹੀਂ ਮੈਨੂੰ ਨਜ਼ਰ ਆਇਆ ਕਿ ਇੱਥੇ এনवायरमेंट ਤੇ ਜੀਰੇ 'ਚ ਵੀ ਵੱਡਾ ਧਰਨਾ ਲੱਗਿਆ ਹੋਇਆ, ਉਹਦੇ ਵੀ 4 ਬੰਦਿਆਂ ਨਾਲ ਗੱਲ ਕਰਾ ਦਿਓ ਤੁਸੀਂ। ਇੱਥੇ ਬਾਈਬਲ ਕਲਾਮ ਵੀ ਲੱਗਿਆ ਹੋਇਆ ਧਰਨਾ, ਇੱਥੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ ਵੱਖ-ਵੱਖ ਮੁੱਦਿਆਂ ਦੇ ਉੱਤੇ ਭਾਈ ਮੋਹਾਲੀ ਤੇ ਚੰਡੀਗੜ੍ਹ ਦੀਆਂ ਬਰੂਹਾਂ ਤੇ ਵੀ ਲੋਕ ਬੈਠੇ ਨੇ। ਇੱਥੇ ਜਲੰਧਰ ਤੁਸੀਂ ਸੌ ਕੇ ਚਲੇ ਗਏ, ਲਤੀਫਪੁਰੇ ਦੀ ਸਰਦੀ ਠੰਡ ਦੇ ਵਿੱਚ ਇਹ ਪੰਜਾਬ ਕਾਂਗਰਸ ਦਾ ਫੇਲਿਅਰ ਹੈ, ਲੋਕਲ ਲੀਡਰਸ਼ਿਪ ਦਾ ਫੇਲਿਅਰ ਹੈ। ਔਰ ਇਹ ਜਿਹੜੇ ਫੇਲਿਅਰ ਨੇ ਨਾ, ਜਿਹੜੇ ਜਿਨ੍ਹਾਂ ਤੇ ਗੱਲ ਕਰਨੀ ਹੈ, ਇਹ ਪੋਲਿਟਿਕਸ ਹੈ, ਬਿਲਕੁਲ ਇਹਦੇ ਤੇ ਗੱਲ ਨਹੀਂ ਕਰ ਰਹੇ ਜਦੋਂ ਕਾਂਗਰਸੀ, ਮਤਲਬ ਇਹਦਾ ਮਤਲਬ ਪੰਜਾਬ ਦੇ ਲੋਕ ਜਿਸ ਜਿਹੜੀ ਗੇਮ, ਜਿਹੜੀ ਪੋਲਿਟਿਕਸ ਮੈਨੂੰ ਕਿਸੇ ਕਾਂਗਰਸੀ ਦੇ ਮੂੰਹ ਸਿਆਸਤ ਤੋਂ ਕਰ ਰਹੇ ਨੇ, ਉਹ ਸਿਆਸਤ ਦੀ ਤੁਸੀਂ ਬਾਤ ਵੀ ਨਹੀਂ ਪਾ ਰਹੇ ਜਾਂਦੇ ਜਾਂਦੇ। ਇਹ ਯਾਤਰਾਵਾਂ ਦੀ ਧਰਤੀ ਹੈ, ਗੁਰੂ ਤੋਂ ਵੱਡੀਆਂ ਉਦਾਸੀਆਂ ਕਿਸੇ ਨੇ ਕਰ ਦੇਣੀਆਂ ਨੇ ਜਾ ਕੇ। ਚੜਿਆ ਸੁਦਨ ਧਰਤ ਲੁਕਾਈ, ਜਿਸਨੇ ਯਾਤਰਾ ਕਰਕੇ ਦਿਖਾਈ ਹੈ। ਸਾਡੇ ਤੇ ਛੋਟੀਆਂ ਯਾਤਰਾਵਾਂ 40 ਸਿੰਘ ਲਿਖ ਕੇ ਬੇਦਾਵਾ ਯਾਤਰਾ ਕਰਕੇ ਘਰ ਚਲੇ ਜਾਂਦੇ ਨੇ, 40 ਸਿੰਘ ਯਾਤਰਾ ਕਰਕੇ ਵਾਪਸ ਆ ਜਾਂਦੇ ਨੇ, ਗੁਰੂ ਦੇ ਨਾਲ 40 ਮੁਕਤੇ ਬੰਦੇ ਨੇ। ਉਹ ਯਾਤਰਾ ਜਿਹੜੀ ਹੈ ਉਹ ਸਦੀਆਂ ਤੱਕ ਤੁਹਾਨੂੰ ਰੋਸ਼ਨੀ ਦਿੰਦੀ ਹੈ। ਯਾਤਰਾ ਤੇ ਬੰਦਾ ਕਰਨ ਤੇ ਆ ਜਾਵੇ, ਜਦੋਂ ਬੰਦਾ ਆਪਣੇ ਆਪ ਨੂੰ ਕਸ਼ਟ ਦੇਣ ਤੇ ਆ ਜਾਵੇ ਕਿ ਲੋਕਾਂ ਦੀ ਮੈਂ ਗੱਲ ਕਰਾਂਗਾ, ਇਹਦੇ ਲਈ ਮੈਂ ਘਰੋਂ ਨਿਕਲ ਰਿਹਾ, ਲੋਕ ਰਿਸਪੌਂਡ ਕਰਦੇ ਨੇ। ਪੰਜਾਬ ਦਾ ਕਾਂਗਰਸੀ ਨਿਕਲ ਨਹੀਂ ਰਿਹਾ, ਦੈਟਸ ਅ ਟ੍ਰੈਜਡੀ। ਉਹ ਦੱਸ ਵੀ ਨਹੀਂ ਰਿਹਾ, ਔਰ ਉਹਨੂੰ ਕਾਊਂਟਰ ਫਿਰ ਇਹ ਪੁੱਛਿਆ ਵੀ ਜਾਊਗਾ ਕਿ ਜੇ ਲਤੀਫਪੁਰ ਬੈਠਾ ਹੈ ਭਾਈ, ਤੂੰ ਦੱਸ ਰਿਹਾ ਹੈ, ਜੇ ਰਾਹੁਲ ਗਾਂਧੀ ਚਲਾ ਜਾਂਦਾ ਤਾਂ ਲਤੀਫਪੁਰ ਵਾਲੇ ਕਹਿੰਦੇ ਵੀ ਤੁਹਾਡਾ ਤਾਂ ਵਿਧਾਇਕ ਪ੍ਰਗਟ ਸਿੰਘ ਇੱਕ ਦਿਨ ਸਾਡੇ ਨਹੀਂ ਆਇਆ, ਲੋਕਲ ਉੱਠ ਕੇ 9 ਦਸੰਬਰ ਤੋਂ ਬੈਠੇ ਆ, ਇੱਕ ਦਿਨ ਨਹੀਂ ਆਇਆ। ਤੁਹਾਡਾ ਤਾਂ ਕੋਈ MLA ਜੀਰੇ ਗਿਆ ਹੀ ਨਹੀਂ ਜੀ, ਉੱਥੇ ਤਾਂ 190 ਦਿਨ ਹੋ ਗਏ, ਅੱਜ ਤੱਕ ਆਇਆ ਨਹੀਂ। I expected better of ਪ੍ਰਗਟ ਸਿੰਘ ਜੀ ਐਕਚੁਅਲੀ। ਹਾਂ ਬਿਲਕੁਲ ਨਹੀਂ, ਉਹਨਾਂ ਦਾ ਇੱਕ ਮੰਨਿਆ ਜਾਂਦਾ ਹੈ ਸੁਮੰਦਰ ਸਿੰਘ ਦਾ ਨੋਟ ਕਰਪਸ਼ਨ ਨਹੀਂ ਹੈ, ਬਾਕੀ ਚੀਜ਼ਾਂ ਨੇ। ਬਿਲਕੁਲ ਕਿਉਂ ਨਹੀਂ ਜਾਂਦੇ ਤੁਸੀਂ? ਤੁਹਾਡੇ ਹਲਕੇ 'ਚ ਯਾਰ, ਤੁਸੀਂ ਉੱਥੇ ਦੇ ਨੁਮਾਇੰਦੇ ਹੋ। ਇਹ ਜਿਹੜੀਆਂ ਚੀਜ਼ਾਂ ਨੇ, ਔਰ ਉਹਦੇ 'ਚ ਅਸੈਂਬਲੀ 'ਚ ਕਿਉਂ ਨਹੀਂ ਤੁਸੀਂ ਲੈਵਲ ਦਾ ਰੌਲਾ ਪਵਾਉਂਦੇ? ਜਿਹੜੀਆਂ ਚੀਜ਼ਾਂ ਇਹ ਨੇ, ਤਾਂ ਇਹ ਡਰ ਵੀ ਆਉਂਦਾ ਕਿਤੇ ਕਿਤੇ, ਕਿਉਂਕਿ ਅਸੀਂ ਵੋਟਾਂ ਤੋਂ ਵੋਟਾਂ ਸੋਚਦੇ ਆ ਵੀ ਜਦ ਨੂੰ ਇਹ ਮੁੱਦਾ ਹੋਊਗਾ ਪਤਾ ਨਹੀਂ ਕੀ। ਇਹ ਜਿਹੜੀ ਡੇਲੀ ਦੀ ਪੋਲਿਟਿਕਸ ਹੈ, ਯਾਤਰਾ ਇਹ ਤਾਂ ਸਿਖਾਊਗੀ ਨਾ ਕਿ ਰੋਜ਼ਾਨਾ ਦੀ ਸਿਆਸਤ ਤੁਹਾਨੂੰ ਕਰਨੀ ਪਏਗੀ। ਅੱਜ ਹੀ ਜਦੋਂ ਰਾਹੁਲ ਗਾਂਧੀ ਉਦੋਂ ਮਾੜਾ ਜਿਹਾ ਅੱਗੇ ਟੱਪਿਆ, GT ਰੋਡ ਤੇ ਰੇਲਵੇ ਲਾਈਨ ਜਾਮ ਹੈ ਲਤੀਫਪੁਰ ਦੀ, ਤੇ ਇਹ ਜੇ ਐਡਾ ਵੱਡਾ ਤੁਹਾਨੂੰ ਦਿਖਾਈ ਨਹੀਂ ਦਿੰਦਾ ਸਿਸਟਮ, ਤਾਂ ਤੁਸੀਂ ਆਪਣੇ ਲੀਡਰ ਦੀਆਂ ਅੱਖਾਂ 'ਚ ਵੀ ਤਾਂ ਘੱਟਾ ਪਾ ਰਹੇ ਹੋ ਮੇਰੇ ਖਿਆਲ, ਤੇ ਬਾਕੀ ਵੀ ਚੀਜ਼ਾਂ ਨਹੀਂ ਕਰ ਰਹੇ। ਕੀ ਪੰਜਾਬ ਦੇ ਅਸਲੀ ਮੁੱਦਿਆਂ ਦੇ ਉੱਤੇ ਪੰਜਾਬੀ ਵੀ ਕੋਈ ਕਰਨਗੇ? ਪੰਜਾਬ ਦੀਆਂ ਪਾਰਟੀਆਂ ਵੀ ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਕਰਨਗੀਆਂ? ਵੱਡਾ ਸਵਾਲ ਹੈ ਕਿ ਕੀ ਪੰਜਾਬ ਦੇ ਮੁੱਦਿਆਂ ਦੀ ਚਰਚਾ ਹੋਏਗੀ, ਪੰਜਾਬ ਦੇ ਪਹਿਲੂਆਂ ਤੇ ਕੋਈ ਯਾਤਰਾ ਹੋਏਗੀ, ਪੰਜਾਬ ਦੇ ਮਸਲੇ ਹੱਲ ਕਰਨ ਲਈ ਕੋਈ ਯਾਤਰਾ ਹੋਏਗੀ? ਕਿਉਂਕਿ ਇਹ ਯਾਤਰਾ ਰਾਜਨੀਤੀ ਦਾ ਵੱਡਾ ਸਵਾਲ ਜ਼ਰੂਰ ਖੜਾ ਕਰਦੀ ਹੈ। ਬੇਸ਼ੱਕ ਚਰਚਾਵਾਂ ਕਈ ਤਰ੍ਹਾਂ, ਜਿਵੇਂ ਸਾਡੇ ਦੋਨੇ ਮਾਹਰ ਪੱਤਰਕਾਰਾਂ ਨੇ ਗੱਲ ਕੀਤੀ ਕਿ ਚਰਚਾਵਾਂ ਖੜੇ ਕਰ ਰਹੀ ਹੈ ਇਹ ਯਾਤਰਾ, ਸਵਾਲ ਖੜੇ ਕਰ ਰਹੀ ਹੈ, ਪਰ ਸਾਰੇ ਸਵਾਲ ਰਾਜਨੀਤੀ ਦੇ ਵੱਡੇ ਸਵਾਲ ਦੇ ਵਿੱਚ ਲੁਕੇ ਰਹਿ ਜਾਂਦੇ ਨੇ। ਸੋ ਦੇਖਦੇ ਹਾਂ ਇਹਦੇ ਨਾਲ ਭਾਰਤ ਜਦੋਂ ਜੁੜੇਗਾ, ਅਜੇ ਕਾਂਗਰਸ ਵੀ ਜੁੜਦੀ ਨਜ਼ਰ ਨਹੀਂ ਆਉਂਦੀ, ਪਰ ਫਿਰ ਵੀ ਇਹ ਯਾਤਰਾ ਸਵਾਲ ਖੜੇ ਕਰ ਰਹੀ ਆ। ਇਸੇ ਲਈ ਇਸ ਪਹਿਲੂ ਤੇ ਚਰਚਾ ਲੈ ਕੇ ਅਸੀਂ ਹਾਜ਼ਰ ਸੀ। ਤੁਸੀਂ ਜੁੜੇ ਰਹੋ ਪੰਜਾਬ ਟੈਲੀਵਿਜ਼ਨ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਅਮੀਰ ਭਾਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।